देखो जी, गलती करन तो जी किसी का भी नहीं करता। वैदर भी इन्ना ज़्यादा खराब हो जाता, कई बार अपने विंडशील्ड वाइपर वगैरह इन्ने हो जाते हैं कि लगता कि यार रोक के इत्थे ही कर लईए। कई बार शोल्डर के उत्ते आइस वगैरह होंदी है, स्नो ज़्यादा पई होंदी है, शोल्डर ते पुल करन नूं भी थां नहीं होंदी। बाकी जिथे इंसीडेंट होया हैगा तां उत्थे जो सिचुएशन आ वो भी इदां दी हैगी कि उत्थे विजिबिलिटी भी बहुत पूर हैगी। पर ਤੁਹਾਨੂੰ ਕੀ ਲੱਗਦਾ ਵੀ ਕਿਉਂ ਇਦਾਂ ਦੀਆਂ ਘਟਨਾ ਕਿਉਂ ਹੋ ਰਹੀਆਂ? ਕੀ ਕਦੇ ਕੋਈ ਬੱਚਾ ਘਰੇ ਬੈਠਾ ਹੀ ਆਪਣੇ ਆਪ ਨੂੰ ਫਾਂਸੀ ਲਾ ਲੈਂਦਾ, ਕਦੇ ਕੋਈ ਚਲੋ ਇਹੋ ਜਿਹੀ ਅਣਸਖਾਵੀ ਘਟਨਾ ਹੋ ਜਾਂਦੀ ਹੈ ਜਾਂ ਕੁਛ? ਕੀ ਸਮਝਦੇ ਕਿ ਉਹਦੇ 'ਚ ਡਿਪਰੈਸ਼ਨ ਨੂੰ ਸਮਝਦੇ ਹੋ ਕਿ ਪਿੱਛੇ ਕੋਈ ਜਾਂ ਫੀਸਾਂ ਕੱਢਣੀਆਂ ਜਾਂ ਕਿਸ ਤਰ੍ਹਾਂ ਦਾ, ਮਤਲਬ ਤੁਸੀਂ ਕੀ ਸਮਝਦੇ ਹੋ? ਇਹੀ ਭਾਜੀ ਮਤਲਬ ਟੈਨਸ਼ਨਾਂ ਹੁੰਦੀਆਂ ਕੰਮ ਦੀਆਂ ਜਾਂ ਕੋਈ ਮਤਲਬ ਪ੍ਰੋਬਲਮ ਹੁੰਦੀ ਪਿੱਛੇ ਘਰਾਂ 'ਚ, ਮੇਨ ਫੀਸ ਦਾ ਚੱਕਰ ਹੁੰਦਾ ਅਤੇ ਇਹੀ ਬਸ ਮੇਨ ਆ। मेरे नाल काफ़ी वीरां दा कॉन्टैक्ट रहिंदा, गलबात होंदी रहिंदी हुंदी। मैं भी गाहे बगाहे पुछदा रहना हुन्ना, तो उदों सारियां दी दिमाग दे विच यही गल्लां हुंदियां ने कि फीस भी पे करनी है, कईयां ने पिछे भी भेजने हुंदे ने ते जो पिछे लोन वगैरह चक्के हुंदे ने वो भी पे करने हुंदे ने। सो तां करके सारियां गल्लां दे विच प्रैशर तां पैंदा। हुण इस काम दे विच भी जिद्दां देखीए तां 5 दिन इत्थे काम करना, उस तो बाद 2 दिन लई फिर रात नूं क्लासां लाउणीਆਂ, असाइनमेंटां तैयार करनियां। कई कहते हैं कि स्टूडेंट वीर गलती करते हैं, मेरे हिसाब नाल तां 99% मुंडे सही ने। कोई 1-2% मुंडे शरारत करते भी होण तां हुण मैं मैकलागलन रेल आसन दे एरिए 'च रहना, कई बार उत्थे मैनूं इदां दे झुंड भी मिल जांदे जो शरारत करते हुंदे ने। मैं रुक के प्यार नाल गल करदा, गल सुण लैंदे ने, चाहे माड़े तो माड़ा बंदा भी होवे। तुसीं बंदे नाल गल किदां करदे हो ये भी डिपेंड करदा। मेरे हिसाब नाल तां भाजी माड़े तो माड़ा बंदा भी है ना, जे तुसीं उहदे नाल भी प्यार नाल गल करदे हो उहदे 'च भी किते ना किते चंगी गल हुंदी है, ਉਹ ਤੁਹਾਨੂੰ ਉਦਾਂ ਹੀ ਰਿਸਪੌਂਡ ਕਰੇਗਾ। ਐਜ਼ ਏ ਕਮਿਊਨਿਟੀ ਸਾਨੂੰ ਇਹਨਾਂ ਨੂੰ ਜਦੋਂ ਨਵੇਂ ਆਉਂਦੇ ਨੇ ਵੀ ਕਿਵੇਂ ਰੋਡ ਕਿਵੇਂ ਕ੍ਰਾਸ ਕਰਨੀ ਆ, ਹੋਰ ਇਹ ਸਾਰੀਆਂ ਚੀਜ਼ਾਂ ਦੱਸਣ ਦੀ ਲੋੜ ਆ। ਇਹਨਾਂ ਨੂੰ ਸਮੇਂ-ਸਮੇਂ ਅਵੇਅਰ ਕਰਨ ਦੀ, ਸਪੋਰਟ ਕਰਨ ਦੀ, ਜਦੋਂ ਇਹਨਾਂ ਨੂੰ ਸਪੋਰਟ ਦੀ ਲੋੜ ਆ। ਕਿਤੇ ਨਾ ਕਿਤੇ ਇਹ ਕੈਨੇਡੀਅਨ ਗਵਰਨਮੈਂਟ ਨੂੰ ਵੀ ਦੇਖਣਾ ਪਏਗਾ ਜਾਂ ਇੰਡੀਅਨ ਗਵਰਨਮੈਂਟ ਨੂੰ ਵੀ ਇੱਥੋਂ ਭੇਜਣ ਤੋਂ ਪਹਿਲਾਂ ਥੋੜ੍ਹੀ ਜਿਹੀ ਉੱਥੇ ਟ੍ਰੇਨਡ ਕਰ ਦਿੱਤਾ ਜਾਵੇ ਜਾਂ ਇੱਥੇ ਆ ਕੇ ਕੋਈ ਕਲਾਸ ਵਗੈਰਾ ਇਹੋ ਜਿਹੀ ਰੱਖੀ ਜਾਵੇ ਜਾਂ ਕਾਲਜ ਦੇ ਵਿੱਚ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਵੀ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ। ਕੀ ਲੱਗਦਾ ਤੁਹਾਨੂੰ? ਸੋ ਮੈਂ ਇਹੀ ਪਰਮਾਤਮਾ ਨੂੰ ਅਰਦਾਸ ਕਰਾਂਗਾ ਇਹੋ ਜਿਹੇ ਭਾਵੇਂ ਕੋਈ ਵੀ ਬੱਚਾ ਹੋਵੇ ਕਿਸੇ ਵੀ ਤਰੀਕੇ ਦਾ, ਭਾਵੇਂ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਇੱਥੋਂ ਦਾ ਬੋਰਨ ਹੈ ਜਾਂ ਕੋਈ ਵੀ ਹੋਵੇ, ਇਹੋ ਜਿਹੀ ਸਿਚੁਏਸ਼ਨ ਕਦੀ ਨਾ ਆਵੇ। ਕਿ ਇਹ ਬੱਚੇ, ਆਪਾਂ ਹਮੇਸ਼ਾ ਕਹਿੰਦੇ ਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ। ਸਾਡੇ ਬੱਚੇ ਜਦ ਇੱਥੇ ਹੁੰਦੇ ਤਾਂ ਉਹਨਾਂ ਦੇ ਨਾਲ ਅਸੀਂ ਹੁੰਦੇ ਹੈਗੇ ਆ ਪੇਰੈਂਟਸ, ਪਰ ਜਿਹੜੇ ਇਹ ਬੱਚੇ ਆਪਣਾ ਮੁਲਕ ਛੱਡ ਕੇ ਇੱਥੇ ਵਧੀਆ ਜ਼ਿੰਦਗੀ ਜੀਣ ਵਾਸਤੇ ਆਉਂਦੇ ਨੇ, ਆਪਣੇ ਮਾਪੇ ਪਿੱਛੇ ਛੱਡ ਕੇ ਆਉਂਦੇ ਨੇ, ਉਹ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਦੀ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਬੱਚਿਆਂ ਵਾਸਤੇ ਮਾਪਿਆਂ ਦਾ ਵੀ ਫਰਜ਼ ਅਦਾ ਕਰੀਏ। ਅਤੇ ਦੂਸਰੀ ਇੰਦਰਜੀਤ ਜੀ ਨੇ ਇੱਕ ਰਿਸਪੋਂਸੀਬਿਲਿਟੀ ਮੇਰੇ ਲਈ ਲਾਈ ਹੈਗੀ ਹੈ ਕਿ ਇਹ ਜਦ ਵੀ ਕੋਈ ਡੈਥ ਹੁੰਦੀ ਹੈ, ਉਸ ਡੈਥ ਨੂੰ 4-5-6 ਦਿਨ ਲੱਗ ਜਾਂਦੇ ਨੇ ਸਿਰਫ ਇੱਕ ਸਰਟੀਫਿਕੇਟ ਲੈਣ ਵਾਸਤੇ। ਉਹ ਬੜਾ ਔਖੀ ਘੜੀ ਹੁੰਦੀ ਹੈ ਉਹ ਮਾਪਿਆਂ ਵਾਸਤੇ, ਸਿਰਫ ਕਿ ਉਹਨਾਂ ਨੇ ਉਹਦੇ ਪਾਰਥਿਵ ਸਰੀਰ ਨੂੰ ਮਿਲਣ 'ਚ ਇੰਨਾ ਟਾਈਮ ਲੱਗ ਜੇ। ਸੋ ਵੀ ਨੀਡ ਟੂ ਫਿਕਸ ਦੋਜ਼ ਇਸ਼ੂਜ਼। ਇਸ ਸਮੇਂ ਆਪਾਂ ਚਲੋ ਇੱਦਾਂ ਦੀ ਗੱਲ ਨਹੀਂ ਕਰਦੇ, ਚੰਗੇ ਲੱਗਦੇ, ਪਰ ਕਿੱਥੇ ਕਮੀ ਕਿੱਥੇ ਆ ਵੀ ਸੇਫਟੀ ਪੱਖੋਂ ਲਾ ਲਈਏ, ਕਿਤੋਂ ਵੀ ਲਾ ਲਈਏ, ਇਸ ਤਰ੍ਹਾਂ ਦੀ ਜਿਹੜੀਆਂ ਐਕਸੀਡੈਂਟ ਵਗੈਰਾ ਰੋਡ 'ਤੇ ਜਦੋਂ ਹੋ ਜਾਂਦੇ ਆ, ਕੀ ਲੱਗਦਾ ਤੁਹਾਨੂੰ ਕਿੱਥੇ ਕਮੀ ਕਿੱਥੇ ਆ? ਜਿਹੜੇ ਕੈਨੇਡਾ ਵਿੱਚ ਜਿੰਨੀ ਵੀ ਅਸੀਂ ਭਾਈਚਾਰਾ ਬੈਠਾ ਆ, ਮੈਂ ਜਿਹੜੇ ਸਾਡੇ ਉੱਥੇ ਭੈਣ ਭਰਾ ਬੈਠੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਆ ਕਿ ਜਿਹੜੇ ਤੁਹਾਡੇ ਬੱਚੇ ਇੱਥੇ ਆ ਕੇ ਰਹਿ ਰਹੇ ਆ, ਜਿੰਨੀ ਵੀ ਸਾਡੀ ਸੰਭਵ ਕੋਸ਼ਿਸ਼ ਹੋਏਗੀ ਉਹਨਾਂ ਨੂੰ ਅਸੀਂ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ਾਇਦ ਇਹ ਕਮੀਆਂ ਸਾਡੇ 'ਚ ਵੀ ਰਹਿ ਗਈਆਂ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਸਿਖਾ ਸਕਦੇ ਸੀ, ਦਿਖਾ ਸਕਦੇ ਸੀ, ਉਹਨਾਂ 'ਚ ਅਸੀਂ ਕਿਤੇ ਕਾਮਯਾਬ ਨਹੀਂ ਹੋਏ। ਕੰਪਨੀ ਵੀ ਛਿੜ ਜਾਂਦੀ ਆ। ਮੇਰਾ ਆਪਣਾ ਵੀ 24 ਸਾਲ ਦਾ ਬੱਚਾ ਆ ਅਤੇ ਉਹਨਾਂ ਦੇ ਮਾਂ ਬਾਪ ਨਾਲ ਜਿਹੜੇ ਭਾਰਤ ਵਿੱਚ ਮੈਂ ਉਹਨਾਂ ਨਾਲ ਵੀ ਦੁੱਖ ਸਾਂਝਾ ਕਰਦਾ ਹਾਂ। ਕਦੀ ਵੀ ਕਿਸੇ ਨਾਲ ਇਹੋ ਜਿਹੀ ਸਮਾਚਾਰ ਨਾ ਮਿਲੇ, ਅਸੀਂ ਇਹੀ ਆਸ ਕਰਦੇ ਹਾਂ। ਪਰ ਫਿਰ ਵੀ ਜੋ ਸਾਡੇ ਇੱਥੇ ਭਾਈਚਾਰੇ ਦੇ ਵਿੱਚ ਹੈ, ਮੈਂ ਇੱਥੇ ਵੀ ਭੈਣਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਡਿਸਕ੍ਰਿਮੀਨੇਸ਼ਨ ਬੜਾ ਫੇਸ ਕੀਤਾ ਜ਼ਿੰਦਗੀ 'ਚ, ਪਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਆਪਣੇ ਵਿੱਚ ਕਲਾਸ ਸਿਸਟਮ ਬਣਾਉਣਾ ਬੰਦ ਕਰ ਦਈਏ। ਪਰ ਅੱਜ ਦੇ ਮੌਕੇ ਮੈਂ ਇਹੀ ਕਹਿਣਾ ਚਾਹੁੰਦਾ, ਪਰ ਫਿਰ ਮੈਂ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਵੇ ਜੀ।
ਸਮਾਜ ਦੀ ਵੀ ਸਰਕਾਰਾਂ ਦੀ ਵੀ ਆ ਕਿ ਅਗਰ ਅਸੀਂ ਕੋਈ ਇੱਥੇ ਬੱਚਾ ਪੜ੍ਹਨ ਆਉਂਦਾ 3 ਗੁਣਾ ਅਸੀਂ ਫੀਸ ਲੈਂਦੇ ਆ ਤਾਂ ਘੱਟੋ ਘੱਟ ਉਹਨਾਂ ਬੱਚਿਆਂ ਨੂੰ ਉਹਦੇ ਪਰਿਵਾਰਾਂ ਨੂੰ ਪ੍ਰਿਪੇਅਰ ਕਰੀਏ। ਤੇ ਡਿਪਰੈਸ਼ਨ ਬਿਲਕੁਲ ਹੋ ਜਾਂਦਾ ਆ ਜਦੋਂ ਬੱਚੇ ਇੱਥੇ ਇਕੱਲੇ ਆਉਂਦੇ ਆ। ਫਾਈਨੈਂਸ਼ੀਅਲ ਸਟ੍ਰੈਸ ਆ, ਪਿਛਲੇ ਘਰ ਵਾਲਿਆਂ ਦੀ ਸਟ੍ਰੈਸ ਹੈਗੀ ਆ, ਨਾਲ ਜਿਹੜਾ ਸਮਾਜ ਵਿੱਚ ਉਹ ਪਿਆਰ ਨਹੀਂ ਮਿਲਦਾ ਜਿਹੜਾ ਉਹ ਪਾਲਦੇ ਆ। ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟ ਕਰਦੀਆਂ ਆ। ਸੋ ਸਾਡੇ ਨਾਲ ਇਸ ਵੇਲੇ ਜਿਹੜੇ ਨੌਜਵਾਨਾਂ ਦੀ ਡੈਥ ਹੋਈ ਉਹਨਾਂ ਦੇ ਵਿੱਚੋਂ ਇੱਕ ਮੋਹਿਤ ਚੌਹਾਨ ਨੇ ਜੋ ਬਲਾਚੌਰ ਤੋਂ ਬਿਲੋਂਗ ਕਰਦੇ ਨੇ। ਸੋ ਉਹਨਾਂ ਦੇ ਕੁਝ ਫਰੈਂਡਸ ਜਾਂ ਕਮਿਊਨਿਟੀ ਦੇ ਕੁਝ ਸੱਜਣ ਨੇ, ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਕਿੱਦਾਂ ਕੁਝ ਲੱਗਿਆ ਜੀ ਪਤਾ ਕਿੱਦਾਂ ਹੋਇਆ ਸੀ ਐਕਚੁਅਲੀ? ਜੀ ਮੈਂ ਤੇ ਮਤਲਬ ਇਹਨਾਂ ਵੀਰਾਂ ਨੂੰ ਕਿਸੇ ਨੂੰ ਜਾਣਦਾ ਨਹੀਂ ਪਰਸਨਲੀ, ਪਰ ਜੋ ਸਟੂਡੈਂਟ ਵੀਰਾਂ ਨਾਲ ਮਤਲਬ ਮੇਰਾ ਕਾਫੀ ਲਿੰਕ ਰਹਿੰਦਾ ਜੀ। ਉਸ ਬਿਹਾਫ ਦੇ ਉੱਤੇ ਕੋਈ ਇੱਦਾਂ ਦੀ ਕੋਈ ਵੀ ਗੱਲ ਹੁੰਦੀ ਹੈ, ਚਾਹੇ ਆਪਾਂ ਮਿਲਦੇ ਹਾਂ ਜਾਂ ਜਾਣਦੇ ਨਹੀਂ, ਪਰ ਓਵਰਆਲ ਸਾਰੀ ਕਮਿਊਨਿਟੀ ਇਫੈਕਟ ਕਰਦੀ ਹੈ। ਮੈਂ ਆਪਣੇ ਬਿਹਾਫ ਦੇ ਉੱਤੇ ਕੁਝ ਗੱਲਾਂ ਕਹਿਣਾ ਚਾਹੁੰਦਾ ਸੀਗਾ ਕਿ ਕੋਈ ਵੀ ਇੱਦਾਂ ਦਾ ਕੋਈ ਲਾਸ ਹੁੰਦਾ ਤਾਂ ਉਹਦੇ ਨਾਲ ਨੁਕਸਾਨ ਸਾਡਾ ਸਾਰਿਆਂ ਦਾ ਹੈ। ਹਰੇਕ ਦਿਲ ਨੂੰ ਸੱਟ ਵੱਜਦੀ ਹੈ, ਚਾਹੇ ਆਪਾਂ ਜਾਣਦੇ ਹਾਂ ਚਾਹੇ ਨਹੀਂ ਜਾਣਦੇ, ਕਿਉਂਕਿ ਬੱਚੇ ਇੱਥੇ ਆਉਂਦੇ ਨੇ ਤਾਂ ਉਮੀਦਾਂ ਬੜੀਆਂ ਲੱਗੀਆਂ ਹੁੰਦੀਆਂ ਨੇ, ਸੁਪਨੇ ਬੜੇ ਹੁੰਦੇ ਨੇ। ਇੱਕ ਲਾਈਫ ਇਫੈਕਟ ਨਹੀਂ ਹੁੰਦੀ, ਪਿੱਛੇ ਕਿੰਨੀਆਂ ਇਫੈਕਟ ਹੁੰਦੀਆਂ ਨੇ। ਮੈਂ ਕੁਛ ਗੱਲਾਂ ਕਹਿਣਾ ਵੀ ਚਾਹੁੰਦਾ ਸੀ ਆਪਣੇ ਨਿੱਕੇ ਵੀਰਾਂ ਨੂੰ ਵੀ, ਬੁਰਾ ਨਾ ਮੰਨਣ, ਪਰ ਕੁਛ ਗੱਲਾਂ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿ ਰੂਲਸ ਰੈਗੂਲੇਸ਼ਨ ਸਾਰੇ ਫੋਲੋ ਕਰਨ। ਟ੍ਰੈਫਿਕ ਦੇ ਬਾਰੇ ਵਿੱਚ ਪੂਰਾ ਧਿਆਨ ਰੱਖਣ ਕਿ ਜਿੱਦਾਂ ਹੁਣ ਇਹ ਇੰਸੀਡੈਂਟ ਵਿੱਚ ਕਈ ਗੱਲਾਂ ਮੈਟਰ ਹੋਈਆਂ। ਇੱਕ ਮੇਰਾ ਖਿਆਲ ਆ ਇਹ ਵੀ ਇਫੈਕਟ ਸੀਗਾ ਕਿ ਵੈਨ ਆਪਣੀ ਲਾਈਵ ਲੇਨ ਦੇ ਵਿੱਚ ਹੀ ਰੁਕ ਗਈ ਅਤੇ ਪਿੱਛੋਂ ਦੀ ਟਰੱਕ ਆ ਕੇ ਜਦੋਂ ਐਕਸੀਡੈਂਟ ਹੋਇਆ। ਇਸ ਤੋਂ ਬਿਨਾਂ ਜਿਵੇਂ ਹੁਣ ਸਮਰ ਆ ਰਹੀ ਹੈ ਅੱਗੇ, ਹਰ ਸਾਲ ਅਸੀਂ ਦੇਖਦੇ ਹਾਂ ਜੀ ਬੱਚਿਆਂ ਨੇ ਲੇਕ 'ਤੇ ਜਾਣਾ ਜਾਂ ਆਪਣੇ ਬੀਚ ਵਗੈਰਾ 'ਤੇ ਜਾਣਾ, ਉਸ ਨੂੰ ਵੀ ਧਿਆਨ ਰੱਖਣ। ਡੁੱਬਣ ਨਾਲ ਵੀ ਬੜੇ ਇੰਸੀਡੈਂਟ ਇੱਦਾਂ ਦੇ ਹੋਏ ਨੇ। ਕੁਝ ਗੱਲਾਂ ਹੋਰ ਵੀ ਇਫੈਕਟ ਕਰਦੀਆਂ ਨੇ, ਕਈ ਵਾਰ ਉਹ ਮੈਂਟਲੀ ਤੌਰ ਦੇ ਉੱਤੇ ਵੀ ਡਿਪਰੈਸ ਹੁੰਦੇ ਨੇ, ਕਿਸੇ ਨਾਲ ਗੱਲ ਨਹੀਂ ਕਰਦੇ। ਕੋਈ ਵੀ ਗੱਲ ਹੁੰਦੀ ਆ ਆਪਣੇ ਨਾਲ ਦੇ ਯਾਰਾਂ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰੋ, ਦੱਸੋ। ਇਹ ਕਮਿਊਨਿਟੀ ਦੀ ਵੀ ਹੈਲਪ ਲਓ। ਆਪਣੀ ਕਮਿਊਨਿਟੀ 'ਚ ਬਹੁਤ ਬੰਦੇ ਨੇ ਜਿਹੜੇ ਹਰ ਸਮੇਂ ਮਦਦ ਕਰਨ ਨੂੰ ਤਿਆਰ ਰਹਿੰਦੇ ਨੇ। ਗੱਲ ਦੇ ਵਿੱਚੋਂ ਗੱਲ ਕੱਢ ਰਹੇ ਜਿਵੇਂ ਤੁਸੀਂ ਦੱਸਿਆ ਵੀ ਇਹਨਾਂ ਨੇ ਵਿੱਚ ਰੋਡ ਦੇ ਗੱਡੀ ਰੋਕ ਲਈ, ਉਦੋਂ ਵੈਦਰ ਕੁਝ ਖਰਾਬ ਸੀਗਾ ਮੈਨੂੰ ਲੱਗਦਾ ਹੈ ਜੀ। ਇਹਦੇ 'ਚ ਫਿਰ ਤੁਹਾਨੂੰ ਕੀ ਲੱਗਦਾ ਵੀ ਇਹਦੇ 'ਚ ਕਿਤੇ ਉਹਨਾਂ ਜਿਹੜਾ ਡਰਾਈਵਰ ਸੀ ਉਹਦੇ 'ਚੋਂ ਗਲਤੀ, ਉਹਦੇ ਤੋਂ ਗਲਤੀ ਹੋ ਗਈ ਕਿ ਵੈਦਰ ਹੀ ਇੰਨਾ ਖਰਾਬ ਸੀ ਵੀ ਉਹਨਾਂ ਨੂੰ ਕੋਈ ਹੋਰ ਆਪਸ਼ਨ ਹੀ ਹੈ ਨਹੀਂ ਸੀ ਅਤੇ ਇੱਦਾਂ ਦੀ ਘਟਨਾ ਵਾਪਰ ਗਈ? ਦੇਖੋ ਜੀ, ਗਲਤੀ ਕਰਨ ਤਾਂ ਜੀ ਕਿਸੇ ਦਾ ਵੀ ਨਹੀਂ ਕਰਦਾ। ਵੈਦਰ ਵੀ ਇੰਨਾ ਜ਼ਿਆਦਾ ਖਰਾਬ ਹੋ ਜਾਂਦਾ, ਕਈ ਵਾਰ ਆਪਣੇ ਵਿੰਡਸ਼ੀਲਡ ਵਾਈਪਰ ਵਗੈਰਾ ਇੰਨੇ ਹੋ ਜਾਂਦੇ ਨੇ ਕਿ ਲੱਗਦਾ ਕਿ ਯਾਰ ਰੋਕ ਕੇ ਇੱਥੇ ਹੀ ਕਰ ਲਈਏ। ਕਈ ਵਾਰ ਸ਼ੋਲਡਰ ਦੇ ਉੱਤੇ ਆਈਸ ਵਗੈਰਾ ਹੁੰਦੀ ਆ, ਸਨੋ ਜ਼ਿਆਦਾ ਪਈ ਹੁੰਦੀ ਹੈ, ਸ਼ੋਲਡਰ 'ਤੇ ਪੁੱਲ ਕਰਨ ਨੂੰ ਵੀ ਥਾਂ ਨਹੀਂ ਹੁੰਦੀ। ਬਾਕੀ ਜਿੱਥੇ ਇਹ ਇੰਸੀਡੈਂਟ ਹੋਇਆ ਹੈਗਾ ਤਾਂ ਉੱਥੇ ਜੋ ਸਿਚੁਏਸ਼ਨ ਆ ਉਹ ਵੀ ਇੱਦਾਂ ਦੀ ਹੈਗੀ ਹੈ ਕਿ ਉੱਥੇ ਵਿਜ਼ੀਬਿਲਿਟੀ ਵੀ ਬਹੁਤ ਪੂਰ ਹੈਗੀ, ਅਪ ਡਾਊਨ ਹਿੱਲ ਹੈਗੀ ਆ, ਅਤੇ ਟਰੱਕ ਜਦੋਂ ਸਪੀਡ 'ਤੇ ਜਾਂਦਾ ਹੈਗਾ ਕਿਉਂਕਿ ਉਹਦੇ ਵਿੱਚ ਫਿਰ ਬ੍ਰੇਕ ਲਗਾਉਣੀ ਵੀ ਬੜੀ ਔਖੀ ਹੈ। ਉਸ ਜਗ੍ਹਾ ਦੇ ਉੱਤੇ ਪਹਿਲਾਂ ਡਾਊਨ ਹਿੱਲ ਵੀ ਪੈਂਦੀ ਹੈ, ਫਿਰ ਇੱਕਦਮ ਅਪ ਹਿੱਲ ਪੈ ਕੇ ਫਿਰ ਡਾਊਨ ਹਿੱਲ ਪੈਂਦੀ ਹੈ। ਅਤੇ ਇਹ ਜਿੱਥੇ ਇੰਸੀਡੈਂਟ ਹੋਇਆ ਤਾਂ ਉੱਥੇ ਕਲੀਅਰਲੀ ਕਾਫੀ ਦੂਰ ਤੱਕ ਦੇਖ ਨਹੀਂ ਸਕਦੇ, ਥੋੜ੍ਹੀ ਕਰਵ ਵੀ ਹੈਗੀ ਹੈ। ਇਹ ਕਾਫੀ ਸਾਰੇ ਮਤਲਬ ਫੈਕਟਰ ਕਾਊਂਟ ਹੁੰਦੇ ਨੇ ਇਹਦੇ ਵਿੱਚ। ਪਰ ਜੇ ਇਹਦੇ 'ਚ ਹੁਣ ਜਿਹੜੀਆਂ ਬੋਡੀਜ਼ ਅੱਜ ਤੁਸੀਂ ਇੱਥੇ ਹੋ, ਬੋਡੀਜ਼ ਨੂੰ 4-5 ਦੋਸਤ ਸੀਗੇ ਮੈਨੂੰ ਲੱਗਦਾ ਜੀ, ਇਕੱਠੇ ਰਹਿੰਦੇ ਸੀ, ਰੂਮਮੇਟ ਸੀ ਲਾ ਲਓ, ਜਾਂ ਇਕੱਠੇ ਕੰਮ 'ਤੇ ਆਉਂਦੇ ਸੀ, ਅਤੇ ਇਹਨਾਂ ਦੀ ਜਿਹੜੀ ਬੋਡੀਜ਼ ਹੈ ਹੁਣ ਇੱਥੇ ਉਹਨਾਂ ਦਾ ਜਿਹੜਾ ਕੋਈ ਫੰਡ ਰੇਜ਼ਿੰਗ ਸੀ ਦੂਜਾ ਉਹਦਾ ਪ੍ਰਬੰਧ ਹੋ ਗਿਆ, ਬੋਡੀਜ਼ ਹੁਣ ਇੰਡੀਆ ਜਾਣ ਲਈ ਰੈਡੀ ਆ ਕਿ ਅੱਜ ਜਸਟ ਸ਼ੋਇੰਗ ਰੱਖੀ ਹੈ? ਇਹ ਅੱਜ ਮੇਰੇ ਖਿਆਲ ਇੱਥੇ ਲਾਸਟ ਸ਼ੋਇੰਗ ਹੈ। ਜਿਵੇਂ ਇੱਕ ਵਾਰ ਪਹਿਲਾਂ ਵੀ ਬਲ ਸਾਹਿਬ ਨਾਲ ਗੱਲ ਹੋਈ ਸੀਗੀ, ਜੋ ਆਪਣੇ ਇੱਥੇ ਫਿਊਨਰਲ ਹੋਮ ਦੇ ਮੇਨ ਹੈੱਡ ਨੇਗੇ, ਉਹ ਕਾਫੀ ਕਮਿਊਨਿਟੀ ਦੀ ਹੈਲਪ ਕਰਦੇ ਨੇ। ਅਤੇ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਅੱਗੇ ਪਿੱਛੇ ਕੋਈ ਇੱਦਾਂ ਦਾ ਇੰਸੀਡੈਂਟ ਹੋਵੇ ਵੀ ਤਾਂ ਤੁਸੀਂ ਜ਼ਰੂਰ ਕਮਿਊਨਿਟੀ ਦੇ ਵੱਡੇ ਮੈਂਬਰਾਂ ਨਾਲ ਕੰਟੈਕਟ ਕਰਿਆ ਕਰੋ। ਬਾਕੀ ਹਰ ਇੱਕ ਕੌਂਸੂਲੇਟ ਆਫਿਸ ਦੀ ਡਿਊਟੀ ਬਣਦੀ ਹੁੰਦੀ ਆ, ਉਹ ਇਸ ਮਾਮਲੇ ਸਾਡੀ ਹਮੇਸ਼ਾ ਹੈਲਪ ਕਰਦੇ ਨੇ। ਅਸੀਂ ਇੱਕ ਹੋਰ ਕੇਸਿਸ ਦੇ ਵਿੱਚ ਵੀ ਪਹਿਲਾਂ ਹੈਲਪ ਲਈ ਹੈ। ਬੋਡੀ ਦੀ ਇੱਥੇ ਕ੍ਰੀਮੇਸ਼ਨ ਕਰਨੀ ਜਾਂ ਵਾਪਸ ਇੰਡੀਆ ਭੇਜਣੀ, ਉਹਦੇ 'ਚ ਇੰਡੀਅਨ ਕੌਂਸੂਲੇਟ ਹਮੇਸ਼ਾ ਹੈਲਪ ਕਰਦਾ ਹੀ ਕਰਦਾ। ਅਤੇ ਸੋ ਅੱਜ ਮੇਰਾ ਖਿਆਲ ਆ ਪਿਛਲੇ ਜਦੋਂ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਹੋਇਆ ਸੀਗਾ ਉਦੋਂ ਦੱਸਦੇ ਸੀ ਕਿ ਡਾਕੂਮੈਂਟਸ ਆਲਮੋਸਟ ਰੈਡੀ ਨੇਗੇ। ਉਸ ਤੋਂ ਬਾਅਦ ਮੇਰਾ ਖਿਆਲ ਹੁਣ ਸ਼ਾਇਦ ਲਾਸਟ ਮੂਮੈਂਟ ਹੀ ਹੋਏਗਾ, ਇਸ ਤੋਂ ਬਾਅਦ ਬੋਡੀਜ਼ ਫਲਾਈ ਕਰਨਗੀਆਂ ਇੰਡੀਆ ਨੂੰ। ਅਤੇ ਜੇ ਆਪਾਂ ਸੁਨੇਹੇ ਦੀ ਗੱਲ ਕਹੀ ਜਾਵੇ ਵੀ ਤੁਸੀਂ ਕੀ ਬੱਚਿਆਂ ਨੂੰ ਕੀ ਮੈਸੇਜ ਇਹੋ ਜਿਹਾ ਦੇਣਾ ਚਾਹੋਗੇ ਵੀ ਕੱਲ੍ਹ ਨੂੰ ਜਿਹੜਾ ਸੇਫਟੀ ਵਜੋਂ ਹੋ ਗਏ ਜਾਂ ਰੋਡ 'ਤੇ ਕੁਛ ਇਸ ਤਰ੍ਹਾਂ ਦੀ ਦੁਬਾਰਾ ਕੋਈ ਘਟਨਾ ਨਾ ਵਾਪਰੇ? ਚਲੋ ਜੇ ਪ੍ਰਮਾਤਮਾ ਨੇ ਲਿਖੀ ਘੱਟ ਗੱਲ ਵੱਖਰੀ ਹੈ, ਪਰ ਕੁਛ ਇਹੋ ਜਿਹਾ ਮੈਸੇਜ ਦੇਣਾ ਚਾਹੋਗੇ ਤੁਸੀਂ? ਮੈਸੇਜ ਤਾਂ ਇਹੀ ਹੈ ਜੀ ਕਿ ਜਿੱਦਾਂ ਹੁਣ ਇਹ ਸਾਡੇ ਨਿੱਕੇ ਵੀਰ ਇੱਥੇ ਆਉਂਦੇ ਨੇ, ਮੈਂ ਵੀ ਇੱਥੇ 20-22 ਸਾਲ ਪਹਿਲਾਂ ਆਇਆ ਸੀਗਾ, ਪਰ ਹੁਣ ਇਹ ਵੀਰਾਂ ਦੀ ਲਾਈਫ ਬਹੁਤ ਜ਼ਿਆਦਾ ਟਫ ਹੈ। ਇਹ ਮਿਹਨਤ ਜ਼ਿਆਦਾ ਕਰਦੇ ਨੇ, ਇਹਨਾਂ ਦੀਆਂ ਫੀਸਾਂ ਵੀ ਬਾਕੀ ਦੇ ਮੁਕਾਬਲੇ 3-3 4-4 ਗੁਣਾ ਜ਼ਿਆਦਾ ਹੁੰਦੀਆਂ ਨੇ। ਫਿਰ ਰਹਿਣਾ ਪਿੱਛੇ, ਪੇਰੈਂਟਸ ਦੀ ਵੀ ਹੈਲਪ ਕਰਨੀ, ਪਿੱਛੋਂ ਵੀ ਕਰਜ਼ੇ ਲੈ ਕੇ ਆਏ ਹੁੰਦੇ ਨੇ, ਉਹ ਵੀ ਦਿਮਾਗ 'ਤੇ ਟੈਨਸ਼ਨ ਹੁੰਦੀ ਹੈ।
ਤੇ ਕਈ ਵੀਰ ਇੱਦਾਂ ਦੇ ਵੀ ਹੈਗੇ ਨੇ ਕਿ ਜਿਹੜੇ ਜਿਵੇਂ ਮੌਂਟਰੀਅਲ ਪੜ੍ਹਦੇ ਨੇ, ਉਹ 2 ਦਿਨ ਉੱਧਰ ਨੂੰ ਜਾਂਦੇ ਨੇ ਵੀਕਐਂਡ ਦੇ ਉੱਤੇ, ਉਸ ਤੋਂ ਬਾਅਦ ਵੀਕਡੇ 'ਚ ਇੱਥੇ ਕੰਮ ਕਰਦੇ ਨੇ, ਆਪਣੇ ਖਰਚੇ ਕੱਢਣੇ। ਸੋ ਪ੍ਰੈਸ਼ਰ ਤਾਂ ਕਾਫੀ ਹੁੰਦਾ ਜੀ ਦਿਮਾਗ ਦੇ ਉੱਤੇ, ਪਰ ਕੋਈ ਨਹੀਂ ਘਬਰਾਉਣ ਨਾ, ਕਿਉਂਕਿ ਵਧੀਆ ਮੁਲਕ ਵਿੱਚ ਆਏ ਨੇ ਅਤੇ ਲਾਈਫ ਤਾਂ ਇੱਥੇ ਵਧੀਆ ਹੋਣੀ ਹੈ। ਕਿਤੇ ਕਿਤੇ ਕਈ ਵਾਰ ਕੋਈ ਪਰੇਸ਼ਾਨੀ 'ਚ ਹੁੰਦੇ ਨੇ ਜਾਂ ਕੋਈ ਹੋਰ ਗੱਲ ਹੁੰਦੀ ਹੈ ਤਾਂ ਜ਼ਰੂਰ ਆਪਣੇ ਨਾਲ ਦੇ ਯਾਰਾਂ ਦੋਸਤਾਂ ਨਾਲ ਗੱਲ ਜ਼ਰੂਰ ਕਰੋ। ਉਹ ਜਿੱਦਾਂ ਕੁਛ ਇੱਕ ਮੈਂਟਲ ਡਿਪਰੈਸ਼ਨ ਦੇ ਕਰਕੇ ਵੀ ਕੇਸਿਸ ਹੋਏ। ਬਾਕੀ ਕੁਛ ਮੈਂ ਵੀ ਕਹਾਂਗਾ ਕਿ ਕੁਛ ਗੱਲਾਂ ਦੇ 'ਚ ਇੰਜੋਏ ਕਰੋ, ਫਨ ਕਰੋ, ਪਰ ਇੱਕ ਲਿਮਟ ਤੱਕ, ਤਾਂ ਕਿ ਤੁਹਾਨੂੰ ਆਪਣੀ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੋਵੇ। ਤੁਹਾਡੀ ਜ਼ਿੰਦਗੀ ਸਭ ਤੋਂ ਜ਼ਿਆਦਾ ਕੀਮਤੀ ਹੈ। ਪਿੱਛੇ ਬੈਠੇ ਮਾਪਿਆਂ ਨੂੰ ਵੀ ਤੁਹਾਡੀ ਝਾਕ ਹੁੰਦੀ ਹੈ, ਉਹ ਵੀ ਥੋੜ੍ਹਾ ਜਿਹਾ ਸਾਰਾ ਕੁਝ ਜੁੜਿਆ ਹੁੰਦਾ ਜੀ। ਹੁਣ ਜਿੰਨੇ ਵੀ ਆਪਣੇ ਵੀਰ ਆਉਂਦੇ ਨੇ, ਕੋਈ ਪਤਾ ਹੀ ਹੈ, ਹੁਣ ਆਪਾਂ ਸਾਰੇ ਮਿਡਲ ਏਜ ਫੈਮਲੀਆਂ ਦੇ ਵਿੱਚੋਂ ਹੈਗੇ ਹਾਂ, ਤਾਂ ਕੋਈ ਕਰਜ਼ੇ ਚੱਕ ਕੇ ਆਉਂਦਾ, ਕਿੱਦਾਂ ਆਉਂਦਾ, ਮੇਰੇ ਖਿਆਲ 20-22 ਲੱਖ ਤਾਂ ਆਮ ਹੀ ਬੱਚਿਆਂ 'ਤੇ ਲੱਗਦਾ, ਅਤੇ ਪੇਰੈਂਟਸ ਦੀਆਂ ਵੀ ਉਮੀਦਾਂ ਹੁੰਦੀਆਂ ਨੇਗੀਆਂ। ਇੱਦਾਂ ਦਾ ਕੋਈ ਇੱਕ ਚੀਜ਼ ਹੋ ਜੇ, ਬੰਦਾ ਤਾਂ ਚਲਾ ਜਾਂਦਾ, ਪਰ ਉਸ ਤੋਂ ਬਾਅਦ ਮਾਂ ਪਿਓ, ਭੈਣ ਭਾਈ, ਯਾਰ ਦੋਸਤ, ਹਾਂਜੀ, ਉਹਨਾਂ ਨੂੰ ਤਾਂ ਹਰ ਸਮੇਂ ਹਰ ਪਲ ਯਾਦ ਆਉਣੀ ਹੈ ਜੀ ਉਹ। ਸੋ ਬਸ ਇਹੀ ਹੈ ਵੀ ਥੋੜ੍ਹਾ ਜਿਹਾ ਆਪਣਾ ਧਿਆਨ ਰੱਖੋ। ਕਿਤੇ ਫਨ ਕਰਨ ਜਾਂਦੇ ਹੋ, ਕਿਤੇ ਬੀਚ ਵਗੈਰਾ 'ਤੇ ਜਾਂਦੇ ਹੋ, ਤਾਂ ਉਸ ਸਮੇਂ ਥੋੜ੍ਹਾ ਜਿਹਾ ਧਿਆਨ ਰੱਖੋ ਕਿ ਰਿਸਕ ਕਿੱਥੇ ਹੈ। ਬੜੀ ਫਾਈਨ ਲਾਈਨ ਹੁੰਦੀ ਹੈ ਇੰਜੋਏਮੈਂਟ ਅਤੇ ਰਿਸਕ ਦੇ ਵਿੱਚ, ਤਾਂ ਕਿ ਤੁਸੀਂ ਆਪਣਾ ਜ਼ਰੂਰ ਧਿਆਨ ਰੱਖੋ। ਤੁਹਾਡੇ ਪਿੱਛੇ ਹੋਰ ਜ਼ਿੰਦਗੀਆਂ ਬਹੁਤ ਨੇ। ਰੂਲਸ ਰੈਗੂਲੇਸ਼ਨਸ ਨੂੰ ਫੋਲੋ ਕਰੋ, ਅਤੇ ਕੋਈ ਪਰੇਸ਼ਾਨੀ ਵਾਲੀ ਗੱਲਾਂ ਤਾਂ ਯਾਰਾਂ ਦੋਸਤਾਂ ਨਾਲ ਜ਼ਰੂਰ ਗੱਲ ਕਰੋ। ਇਕੱਲੇ ਦਿਮਾਗ ਦੇ 'ਤੇ ਪਰੇਸ਼ਾਨੀ ਨਾ ਰੱਖੋ। ਧੰਨਵਾਦ ਜੀ। ਸੋ ਸਾਡੇ ਨਾਲ ਕੁਝ ਸਟੂਡੈਂਟ ਨੇ। ਤੁਸੀਂ ਜਿਹੜੇ ਮੋਹਿਤ ਚੌਹਾਨ ਸੀਗੇ, ਉਹਨਾਂ ਦੇ ਰੂਮਮੇਟ ਹੋ ਜਾਂ ਉਹਨਾਂ ਦੇ ਨਾਲ ਰਹਿੰਦੇ ਪੜ੍ਹਦੇ ਹੋ? ਅਸੀਂ ਇਕੱਠੇ ਰਹਿੰਦੇ, ਘਰੇ ਇਕੱਠੇ ਰਹਿੰਦੇ ਹਾਂ। ਕੀ ਕੁਝ ਜਿਹੜਾ ਕਿੱਦਾਂ ਦਾ ਸੀ ਮੋਹਿਤ, ਜੇ ਆਪਾਂ ਉਹਨਾਂ ਦੀ ਗੱਲ ਕੀਤੀ ਜਾਵੇ, ਔਰ ਕਿੰਨਾ ਚਿਰ ਪਹਿਲਾਂ ਇੱਥੇ ਆਇਆ ਸੀ? ਮੋਹਿਤ ਸਰ 1 ਸਾਲ ਪਹਿਲਾਂ ਆਇਆ ਸੀ ਇੱਥੇ, ਬਹੁਤ ਵਧੀਆ ਸੀ, ਅਤੇ ਸਾਨੂੰ ਤਾਂ ਮਤਲਬ ਯਕੀਨ ਨਹੀਂ ਹੁੰਦਾ ਵੀ ਇੱਦਾਂ ਹੋ ਗਿਆ। ਤੇ ਪੰਜੇ ਦੋਸਤ ਸੀ, 4 ਹੋਰ ਜਿਹੜੇ ਮੁੰਡੇ ਸੀ, ਇਕੱਠੇ ਤੁਸੀਂ ਰੂਮਮੇਟ ਹੋ ਕਿ ਅਲੱਗ-ਅਲੱਗ ਜਗ੍ਹਾ ਤੋਂ ਉੱਥੇ ਇਕੱਠੇ ਕੰਮ ਤੇ ਆਉਂਦੇ ਸੀ? ਕਿੱਦਾਂ ਮਤਲਬ ਸਬੱਬ ਕਿੱਦਾਂ ਬਣਦਾ ਸੀ ਉਹਨਾਂ ਦਾ ਇੱਧਰ ਆਉਣ ਨੂੰ? ਉਹ ਤਾਂ ਕਲਾਸਮੇਟ ਸੀਗੇ, ਉਹ ਤਾਂ ਮਤਲਬ ਇੱਥੇ ਕੰਮ ਕਰਦੇ ਸੀ 5 ਦਿਨ ਅਤੇ 2 ਦਿਨ ਕਾਲਜ ਜਾਂਦੇ ਸੀ ਉੱਥੇ, ਅਤੇ ਮਤਲਬ ਡੇਲੀ ਅਪ ਡਾਊਨ ਕਰਦੇ? ਨਹੀਂ, ਡੇਲੀ ਨਹੀਂ, ਵੀਕਐਂਡ ਦੇ ਕਲਾਸਿਸ ਹੁੰਦੀਆਂ ਸੀ, ਅਤੇ ਬਸ ਇੱਦਾਂ। ਅੱਛਾ, ਉਦਣ ਵੀ ਇੱਥੋਂ ਕੰਮ ਕਰਕੇ ਮਤਲਬ ਉੱਥੇ ਚੱਲੇ ਹੋਣੇ, ਕਲਾਸਿਸ ਵਗੈਰਾ ਲਾਉਣ ਚੱਲੇ ਹੋਣੇ, ਤਾਂ ਇੱਦਾਂ ਦੀ ਜਿਹੜੀ ਘਟਨਾ ਹੋਈ ਹੈ? ਹਾਂਜੀ, ਕੰਮ 'ਤੇ ਜਾਣਾ ਸੀ ਉਹਨਾਂ ਸਵੇਰੇ, ਮਤਲਬ ਸਵੇਰੇ ਆ ਕੇ ਉੱਥੋਂ ਸਿੱਧਾ ਕੰਮ 'ਤੇ ਜਾਂਦੇ ਸੀ, ਅਤੇ ਉਹੀ ਫਿਰ ਇੱਦਾਂ ਹੋ ਗਿਆ। ਪਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਇੱਦਾਂ ਦੀਆਂ ਘਟਨਾ ਕਿਉਂ ਹੋ ਰਹੀਆਂ? ਕੀ ਕਦੇ ਕੋਈ ਬੱਚਾ ਘਰੇ ਬੈਠਾ ਹੀ ਆਪਣੇ ਆਪ ਨੂੰ ਫਾਂਸੀ ਲਾ ਲੈਂਦਾ, ਕਦੇ ਕੋਈ ਚਲੋ ਇਹੋ ਜਿਹੀ ਅਣਸਖਾਵੀ ਘਟਨਾ ਹੋ ਜਾਂਦੀ ਹੈ ਜਾਂ ਕੁਛ? ਕੀ ਸਮਝਦੇ ਕਿ ਉਹਦੇ 'ਚ ਡਿਪਰੈਸ਼ਨ ਨੂੰ ਸਮਝਦੇ ਹੋ ਕਿ ਪਿੱਛੇ ਕੋਈ ਜਾਂ ਫੀਸਾਂ ਕੱਢਣੀਆਂ, ਜਾਂ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਕੀ ਸਮਝਦੇ ਇਹਦੇ 'ਚ? ਇਹੀ ਭਾਜੀ, ਮਤਲਬ ਟੈਨਸ਼ਨਾਂ ਹੁੰਦੀਆਂ ਕੰਮ ਦੀਆਂ, ਜਾਂ ਕੋਈ ਮਤਲਬ ਪ੍ਰੋਬਲਮ ਹੁੰਦੀ ਪਿੱਛੇ ਘਰਾਂ 'ਚ, ਮੇਨ ਫੀਸ ਦਾ ਚੱਕਰ ਹੁੰਦਾ, ਅਤੇ ਇਹੀ ਬਸ ਮੇਨ ਆ। ਪਰ ਜੇ ਇਹਦੇ 'ਚ ਗੱਲ ਕੀਤੀ ਜਾਵੇ ਫੀਸਾਂ ਦੀ, ਤੇ ਗੌਰਮੈਂਟ ਨੇ ਆਪਾਂ ਨੂੰ ਜਿਹੜੇ 20 ਘੰਟੇ ਅਲਾਓ ਕੀਤੇ ਨੇ, ਉਹ ਤੁਹਾਨੂੰ ਕੀ ਲੱਗਦਾ ਵੀ ਕੁਛ ਘੱਟ ਨੇ, ਉਹ ਜ਼ਿਆਦਾ ਹੋਣੇ ਚਾਹੀਦੇ ਆ? ਵੀ ਜਿਹੜੀ ਆਪਾਂ ਤਾਂ ਭੱਜ ਨੱਠ ਇੰਨੀ ਕਰਦੇ ਆ ਤੁਹਾਡੇ ਹਿਸਾਬ ਨਾਲ, ਕਿ ਕੋਈ ਹੋਰ ਵਜ੍ਹਾ ਇਹਦੀ? ਨਹੀਂ, ਆਪਾਂ ਫੀਸਾਂ ਚਲੋ ਕੱਢ ਹੀ ਲੈਂਦੇ ਆ, ਪਰ ਟੈਨਸ਼ਨਾਂ ਬਹੁਤ ਹੁੰਦੀਆਂ ਇੱਥੇ, ਇਕੱਲੇ ਹੁੰਦੇ ਆ, ਕੋਈ ਨਾਲ ਖੜਨ ਵਾਲਾ ਨਹੀਂ ਹੁੰਦਾ, ਇਹੀ ਮੇਨ ਪ੍ਰੋਬਲਮ ਆ ਜੀ, ਅਤੇ ਇਕੱਲਾ ਰਹਿ ਜਾਂਦਾ ਬੱਚਾ। ਹਾਂਜੀ, ਇਹ 20 ਘੰਟੇ ਵਾਲੀ ਵਾਕਈ ਤੁਸੀਂ ਵਧੀਆ ਪੁਆਇੰਟ ਰੇਜ਼ ਕੀਤਾ ਜੀ। ਇਹ ਵੀ ਮੇਰੇ ਖਿਆਲ ਗਵਰਨਮੈਂਟ ਨੂੰ ਥੋੜ੍ਹਾ ਵਧਾਉਣਾ ਚਾਹੀਦਾ, ਕਿਉਂਕਿ ਜੇ ਦੇਖਿਆ ਜਾਵੇ ਤਾਂ ਸਾਡੇ ਮੁੰਡੇ ਮਤਲਬ ਮਿਹਨਤੀ ਬਹੁਤ ਨੇਗੇ, ਹਰ ਕੰਮ 'ਚ ਮੂਹਰੇ ਨੇਗੇ, ਅਤੇ ਜੇ ਦੇਖਿਆ ਜਾਵੇ ਹੋਰਾਂ ਦੇ ਨਾਲੋਂ, ਹੁਣ ਕਈ ਅਸੀਂ ਇੱਦਾਂ ਦੇ ਇੰਸੀਡੈਂਟ ਵੀ ਦੇਖਦੇ ਹਾਂ ਕਿ ਲੋਕ ਹੋਰ ਕ੍ਰਿਮੀਨਲ ਐਕਟੀਵਿਟੀਜ਼ 'ਚ ਇਨਵੋਲਵ ਹੁੰਦੇ ਨੇ, ਐਟਲੀਸਟ ਸਾਡੇ ਮੁੰਡਿਆਂ ਦਾ ਉੱਧਰ ਤਾਂ ਨਹੀਂ ਨਾਮ ਆਉਂਦਾ ਕਿਤੇ। ਸੋ ਜੇ ਉਹਨਾਂ ਨੂੰ ਥੋੜ੍ਹਾ ਵੱਧ ਕੰਮ ਕਰਨ ਦਾ ਲੀਗਲੀ ਤੌਰ 'ਤੇ ਵੀ ਮਿਲ ਜਾਏਗਾ ਤਾਂ ਵੱਧ ਕਰਨਗੇ, ਨਹੀਂ ਤਾਂ ਫਿਰ ਕਿਤੇ ਨਾ ਕਿਤੇ ਕੈਸ਼ 'ਤੇ ਕੰਮ ਕਰਨਾ, ਮਤਲਬ ਕਾਫੀ ਇਹ ਗੱਲਾਂ ਫਿਰ ਪ੍ਰੈਸ਼ਰ ਤਾਂ ਪਾਉਂਦੀਆਂ ਨੇ। ਉਹ ਫਿਰ ਜਿੱਥੇ ਵੀ ਜਾਣੀ ਦੀ ਮਿਲਦਾ ਬੰਦਾ ਆਪਣੇ ਕੰਮ ਲਈ ਜਾਂਦਾ, ਆਪਣੀ ਕਹਿੰਦੇ ਹੁੰਦੇ ਆ ਉਹਦੀ ਨੀਡ ਆ ਇਹ, ਉਹਦੇ ਕਰਕੇ ਜਾਂਦਾ। ਪਰ ਕਦੇ ਇਹੋ ਜਿਹੀ ਅਣਸਖਾਵੀ ਘਟਨਾ ਵੀ ਹੁੰਦੀ, ਜੇ ਗੌਰਮੈਂਟ ਸਹੀ ਤਰੀਕੇ ਨਾਲ ਉਹਨੂੰ ਓਪਰੇਟ ਕਰੇ ਤਾਂ ਸ਼ਾਇਦ ਇਹਦਾ ਕਿਤੇ ਨਾ ਕਿਤੇ ਹੱਲ ਹੋ ਸਕਦਾ। ਸਹੀ ਗੱਲ ਹੈ ਜੀ, ਕਿਉਂਕਿ ਮੇਰੇ ਨਾਲ ਕਾਫੀ ਵੀਰਾਂ ਦਾ ਕੰਟੈਕਟ ਰਹਿੰਦਾ, ਗੱਲਬਾਤ ਹੁੰਦੀ ਰਹਿੰਦੀ ਹੈ, ਮੈਂ ਵੀ ਗਾਹੇ ਬਗਾਹੇ ਪੁੱਛਦਾ ਰਹਿੰਦਾ ਹੁੰਦਾ, ਤਾਂ ਉਦੋਂ ਸਾਰਿਆਂ ਦੀ ਦਿਮਾਗ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਨੇਗੀਆਂ ਕਿ ਫੀਸ ਵੀ ਪੇ ਕਰਨੀ ਹੈ, ਕਈਆਂ ਨੇ ਪਿੱਛੇ ਵੀ ਭੇਜਣੇ ਹੁੰਦੇ ਨੇਗੇ, ਅਤੇ ਜੋ ਪਿੱਛੇ ਲੋਨ ਵਗੈਰਾ ਚੱਕੇ ਹੁੰਦੇ ਨੇ ਉਹ ਵੀ ਪੇ ਕਰਨੇ ਹੁੰਦੇ ਨੇ। ਸੋ ਤਾਂ ਕਰਕੇ ਸਾਰੀਆਂ ਗੱਲਾਂ ਦੇ ਵਿੱਚ ਪ੍ਰੈਸ਼ਰ ਤਾਂ ਪੈਂਦਾ। ਹੁਣ ਇਸ ਕੰਮ ਦੇ ਵਿੱਚ ਵੀ ਜਿੱਦਾਂ ਦੇਖੀਏ ਤਾਂ 5 ਦਿਨ ਇੱਥੇ ਕੰਮ ਕਰਨਾ, ਉਸ ਤੋਂ ਬਾਅਦ 2 ਦਿਨ ਲਈ ਫਿਰ ਰਾਤ ਨੂੰ ਕਲਾਸਾਂ ਲਾਉਣੀਆਂ, ਅਸਾਈਨਮੈਂਟਾਂ ਤਿਆਰ ਕਰਨੀਆਂ। ਜੇ ਦੇਖਿਆ ਜਾਵੇ ਮਿਹਨਤ ਤਾਂ ਬਹੁਤ ਜ਼ਿਆਦਾ ਕਰਦੇ ਨੇ ਜੀ। ਪਰ ਜੇ ਕਿਤੇ ਨਾ ਕਿਤੇ ਆਪਾਂ ਗੱਲ ਕੀਤੀ ਜਾਵੇ ਜੀ, ਜਿਹੜੇ ਇੱਥੇ ਪੱਕੇ ਵਸਨੀਕ ਹੈ ਉਹਨਾਂ 'ਤੇ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਇੱਕ ਡਿਫਰੈਂਸ ਹੈ, ਜਿਹਨੂੰ ਆਪਾਂ ਕਹਿ ਦਈਏ ਵੀ ਇਹ ਕਿਤੇ ਨਾ ਕਿਤੇ ਆਪਾਂ ਤਾਲਮੇਲ ਨਹੀਂ ਬੈਠਦਾ ਆਪਣਾ, ਅਤੇ ਉਹਦੀ ਵਜ੍ਹਾ ਨਾਲ ਇਹ ਸ਼ਾਇਦ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ, ਬਾਲੀ ਆਪਸ ਵਿੱਚ ਹੀ ਆਪਣੀ ਗੱਲ ਕਰਕੇ ਉੱਥੇ ਕੀ ਖਤਮ ਕਰ ਲੈਂਦੇ ਆ, ਫਿਰ ਕਿਤੇ ਨਾ ਕਿਤੇ ਇਹਦਾ ਡਿਪਰੈਸ਼ਨ ਦਾ ਵੀ ਕਾਰਨ ਬਣਦਾ। ਤੁਸੀਂ ਕੀ ਸਮਝਦੇ ਹੋ? ਵੀ ਜੀ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਹੁਣ ਜੇ ਕਈ ਕਹਿੰਦੇ ਨੇ ਕਿ ਸਟੂਡੈਂਟ ਵੀਰ ਗਲਤੀ ਕਰਦੇ ਨੇ, ਮੇਰੇ ਹਿਸਾਬ ਨਾਲ ਤਾਂ 99% ਮੁੰਡੇ ਸਹੀ ਨੇ,
ਕੋਈ ਇੱਕ ਅੱਧਾ % ਮੁੰਡੇ ਜੇ ਸ਼ਰਾਰਤ ਕਰਦੇ ਵੀ ਹੋਣ ਤਾਂ ਹੁਣ ਮੈਂ ਮੈਕਲੈਗਲਨ ਰੇਲ ਲਾਸਨ ਦੇ ਏਰੀਏ 'ਚ ਰਹਿਣਾ, ਕਈ ਵਾਰ ਉੱਥੇ ਮੈਨੂੰ ਇੱਦਾਂ ਦੇ ਝੁੰਡ ਵੀ ਮਿਲ ਜਾਂਦੇ ਜੋ ਸ਼ਰਾਰਤ ਕਰਦੇ ਹੁੰਦੇ ਨੇ। ਮੈਂ ਰੁਕ ਕੇ ਪਿਆਰ ਨਾਲ ਗੱਲ ਕਰਦਾ, ਗੱਲ ਸੁਣ ਲੈਂਦੇ ਨੇ, ਚਾਹੇ ਮਾੜੇ ਤੋਂ ਮਾੜਾ ਬੰਦਾ ਵੀ ਹੋਵੇ। ਤੁਸੀਂ ਬੰਦੇ ਨਾਲ ਗੱਲ ਕਿੱਦਾਂ ਕਰਦੇ ਹੋ ਇਹ ਵੀ ਡਿਪੈਂਡ ਕਰਦਾ। ਹੁਣ ਮੈਂ ਇੱਥੇ ਸਿਟੀਜ਼ਨ ਹਾਂ ਜੀ, ਮੇਰੇ ਆਪਣੇ ਬੱਚੇ ਸਿਟੀਜ਼ਨ ਨੇ ਕਿ ਮੈਨੂੰ ਆਏ ਨੂੰ ਇੱਥੇ 21 ਸਾਲ ਹੋ ਚੁੱਕੇ ਨੇ ਅਤੇ ਮੇਰੀ ਤਾਂ ਅਟੈਚਮੈਂਟ ਬਹੁਤ ਹੁੰਦੀ ਇਹਨਾਂ ਨਾਲ। ਅਤੇ ਮੈਨੂੰ ਜਿੱਦਾਂ ਹੁਣ ਟਰਾਂਸਪੋਰਟ ਵਿੱਚ ਵੀ ਮੁੰਡੇ ਨੇ ਨਵੇਂ ਪੜ੍ਹੇ ਵੀ ਨੇ, ਜਿਹੜੇ ਹੁਣ ਕਈ PR ਵੀ ਹੋ ਚੁੱਕੇ ਨੇਗੇ, ਫੈਮਿਲੀਜ਼ ਦੇ ਵਿੱਚ ਵੀ ਹੈਗੇ ਨੇ, ਪਹਿਲਾਂ ਸਾਡੇ ਕੋਲ ਰਹਿ ਕੇ ਗਏ ਸੀਗੇ ਅਤੇ ਹੁਣ ਉਹ ਮਿਲਦੇ ਨੇ। ਮੈਂ ਤਾਂ ਸਮਝਦਾ ਕਿ ਜਿੰਨੇ ਮੁੰਡੇ ਵੱਧ ਆਉਂਦੇ ਨੇ ਸਾਡੀ ਕਮਿਊਨਿਟੀ ਗਰੋ ਕਰ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਫਿਰ ਕਮਿਊਨਿਟੀ ਦੇ ਵਿੱਚ ਹੀ ਇੱਕ ਦੂਜੇ ਨਾਲ ਹੀ ਵਿਆਹ ਹੋਣਗੇ, ਕਮ ਸੇ ਕਮ ਇਹ ਤਾਂ ਹੋਏਗਾ ਨਾ। ਨਹੀਂ ਜੇ ਕਮਿਊਨਿਟੀ ਦੇ ਮੈਂਬਰ ਹੀ ਘੱਟ ਹੋਣਗੇ ਤਾਂ ਫਿਰ ਅਸੀਂ ਜਿਵੇਂ ਸੋਚਦੇ ਹਾਂ ਕਿ ਕਈ ਹੋਰ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ। ਪਰ ਜਿਹੜੇ ਅੱਜ ਦੇ ਸਟੂਡੈਂਟ ਨੇ ਇਹਨਾਂ ਨੇ ਕੱਲ੍ਹ ਨੂੰ PR ਬਣਨਾ, ਸਿਟੀਜ਼ਨ ਬਣਨਾ, ਅਤੇ ਫੈਮਲੀਆਂ ਹੋਣਗੀਆਂ ਇਹਨਾਂ ਦੀਆਂ, ਇਹਨਾਂ ਦੇ ਬੱਚੇ ਹੋਣਗੇ। ਸੋ ਕਮਿਊਨਿਟੀ ਦੇ ਆਪਸ 'ਚ ਰਿਸ਼ਤੇ ਬਣਨਗੇ ਤਾਂ ਮੇਰੇ ਹਿਸਾਬ ਨਾਲ ਤਾਂ ਵਧੀਆ ਗੱਲ ਹੈ। ਬਾਕੀ ਜੇ ਕਈ ਸਾਡੇ ਵੀਰ ਵੀ ਸਮਝਦੇ ਹੁੰਦੇ ਨੇ ਵੀ ਪਤਾ ਨਹੀਂ ਜਿਹੜੇ PR ਨੇ, ਸਿਟੀਜ਼ਨ ਨੇ, ਖਮਣੀ ਸਾਡੇ ਨਾਲ ਇੱਦਾਂ ਕਰਦੇ ਨੇ, ਗੱਲ ਕਰੋ ਯਾਰ। ਕਈ ਵਾਰ ਸਾਡੇ ਦਿਮਾਗ 'ਚ ਬਸ ਮਿੱਥ ਹੁੰਦੀ ਹੈ ਕਿ ਪਤਾ ਨਹੀਂ ਸਾਡੇ ਨਾਲ ਇੱਦਾਂ ਹੋ ਰਿਹਾ ਜਾਂ ਨਹੀਂ ਹੋ ਰਿਹਾ। ਅਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੀ ਕਈ ਉੱਧਰ ਕੁਛ ਇੱਕ ਪਲਾਜ਼ੇ ਇੱਦਾਂ ਦੇ ਹੈਗੇ ਨੇ, ਸ਼ੈਡਨ ਕਾਲਜ ਦੇ ਸਾਹਮਣੇ ਕਾਲਜ ਪਲਾਜ਼ਾ ਹੈਗਾ, ਉੱਥੇ ਵੀ ਮੈਂ ਲੋਕਾਂ ਨੂੰ ਸੁਣਦਾ ਹੁੰਦਾ ਸੀਗਾ ਕਿ ਸ਼ਾਮ ਨੂੰ ਠੀਕ ਆ ਹੁੰਦਾ ਜ਼ਰੂਰ ਹੈ, ਕੁਛ ਮੁੰਡੇ ਜਿਹੜੇ ਪਹਿਲਾਂ ਦੇ ਆਏ ਹੋਏ ਨੇ ਥੋੜ੍ਹਾ ਰੌਲਾ ਰੱਪਾ ਵੀ ਪਾਉਂਦੇ ਨੇ, ਪਰ ਜੇ 5-5 6-6 ਦੇ ਗਰੁੱਪ ਵੀ ਖੜ੍ਹੇ ਨੇ, ਮੈਂ ਤਾਂ ਕਈ ਵਾਰ ਅਪਰੋਚ ਕੀਤਾ ਵੀ ਹੈ ਤਾਂ ਬੜੇ ਪਿਆਰ ਨਾਲ ਗੱਲ ਕਰਦੇ ਨੇ ਜੀ। ਗੱਲ ਕਰਨ ਦਾ ਸਟਾਈਲ ਆ, ਤੁਸੀਂ ਜਾ ਕੇ ਕਹੋ ਹੋਰ ਵੀ ਮੁੰਡੇ ਡਿਪੈਂਡ ਔਨ ਜਿਵੇਂ ਤੁਹਾਡੇ ਤੇ ਤੁਸੀਂ ਕਿਸ ਲਹਿਜੇ ਦੇ ਵਿੱਚ ਗੱਲ ਕਰਦੇ ਹੋ। ਮੇਰੇ ਹਿਸਾਬ ਨਾਲ ਤਾਂ ਭਾਜੀ ਮਾੜੇ ਤੋਂ ਮਾੜਾ ਬੰਦਾ ਵੀ ਹੈ ਨਾ, ਜੇ ਤੁਸੀਂ ਉਹਦੇ ਨਾਲ ਵੀ ਪਿਆਰ ਨਾਲ ਗੱਲ ਕਰਦੇ ਹੋ ਉਹਦੇ 'ਚ ਵੀ ਕਿਤੇ ਨਾ ਕਿਤੇ ਚੰਗੀ ਗੱਲ ਹੁੰਦੀ ਹੈ, ਉਹ ਤੁਹਾਨੂੰ ਉੱਦਾਂ ਹੀ ਰਿਸਪੌਂਡ ਕਰੇਗਾ। ਅਤੇ ਮੈਨੂੰ ਤਾਂ ਨਹੀਂ ਕੋਈ ਇੱਦਾਂ ਨਾਲ ਟੱਕਰਿਆ ਜਿਹੜਾ ਗੱਲ ਨਾ ਸੁਣਦਾ ਹੋਵੇ। ਤੁਸੀਂ ਜਿਸ ਤਰੀਕੇ ਨਾਲ ਗੱਲ ਕਰੋ ਹਰੇਕ ਬੰਦਾ ਗੱਲ ਸੁਣਦਾ। ਧੰਨਵਾਦ ਜੀ। ਸਾਡੇ ਨਾਲ ਕੁਝ ਹੋਰ ਵੀ ਕਮਿਊਨਿਟੀ ਮੈਂਬਰ ਨੇ, ਉਹਨਾਂ ਤੋਂ ਪੁੱਛਦੇ ਹਾਂ ਤੁਸੀਂ ਕੀ ਸੋਚਦੇ ਹੋ ਜੀ ਇਸ ਬਾਰੇ? ਮੈਨੂੰ ਲੱਗਦਾ ਵੀ ਸਾਨੂੰ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ ਨਾ। ਐਕਸੀਡੈਂਟ ਰੋਜ਼ ਹੁੰਦੇ ਨੇ ਅਤੇ ਆਪਾਂ ਭੁੱਲ ਜਾਂਦੇ ਦੂਸਰੇ ਚੌਥੇ। ਸੋ ਐਜ਼ ਅ ਕਮਿਊਨਿਟੀ ਸਾਡਾ ਵੀ ਫਰਜ਼ ਬਣਦਾ ਵੀ ਆਪਾਂ ਲਾਈਕ ਬੱਚਿਆਂ ਨੂੰ ਅਵੇਅਰ ਕਰੀਏ ਜਿਹੜੇ ਨਵੇਂ ਬੱਚੇ ਆਏ ਨੇ। ਮਤਲਬ ਐਜ਼ ਅ ਕਮਿਊਨਿਟੀ ਸਾਨੂੰ ਇਹਨਾਂ ਨੂੰ ਜਦੋਂ ਨਵੇਂ ਆਉਂਦੇ ਨੇ ਵੀ ਕਿਵੇਂ ਰੋਡ ਕਿਵੇਂ ਕ੍ਰਾਸ ਕਰਨੀ ਆ, ਹੋਰ ਇਹ ਸਾਰੀਆਂ ਚੀਜ਼ਾਂ ਦੱਸਣ ਦੀ ਲੋੜ ਆ। ਇਹਨਾਂ ਨੂੰ ਸਮੇਂ-ਸਮੇਂ ਅਵੇਅਰ ਕਰਨ ਦੀ, ਸਪੋਰਟ ਕਰਨ ਦੀ, ਜਦੋਂ ਇਹਨਾਂ ਨੂੰ ਸਪੋਰਟ ਦੀ ਲੋੜ ਆ, ਇਹਨਾਂ ਨੂੰ ਬਸ ਬੇਸਿਕਲੀ ਸਪੋਰਟ ਕਰਨ ਦੀ ਲੋੜ ਹੈਗੀ ਆ। ਅਤੇ ਇਹਨਾਂ ਗਲਤੀਆਂ ਤੋਂ ਸਿੱਖਣ ਦੀ ਲੋੜ ਆ ਵੀ ਹੁਣ ਜਿਵੇਂ ਮੌਂਟਰੀਅਲ ਰੋਜ਼ ਜਾਂਦੇ ਨੇ ਇਹ, ਵੀ ਆਪਾਂ ਉੱਥੇ ਹੀ ਰਹਿ ਕੇ ਉੱਥੇ ਹੀ ਪੜ੍ਹ ਲਈਏ ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਦੀ ਬੱਚਿਆਂ ਨੂੰ ਸਪੋਰਟ ਦੀ ਲੋੜ ਆ। ਇਹਨਾਂ ਦੇ ਮਾਪੇ ਇਹਨਾਂ ਤੋਂ ਦੂਰ ਬੈਠੇ ਨੇ। ਪਰ ਕਿਤੇ ਨਾ ਕਿਤੇ ਇਹ ਕੈਨੇਡੀਅਨ ਗਵਰਨਮੈਂਟ ਨੂੰ ਵੀ ਦੇਖਣਾ ਪਏਗਾ ਜਾਂ ਇੰਡੀਅਨ ਗਵਰਨਮੈਂਟ ਨੂੰ ਵੀ ਇੱਥੋਂ ਭੇਜਣ ਤੋਂ ਪਹਿਲਾਂ ਥੋੜ੍ਹੀ ਜਿਹੀ ਉੱਥੇ ਟ੍ਰੇਨਡ ਕਰ ਦਿੱਤਾ ਜਾਵੇ, ਜਾਂ ਇੱਥੇ ਆ ਕੇ ਕੋਈ ਕਲਾਸ ਵਗੈਰਾ ਇਹੋ ਜਿਹੀ ਰੱਖੀ ਜਾਵੇ, ਜਾਂ ਕਾਲਜ ਦੇ ਵਿੱਚ ਹੀ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਵੀ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ। ਕੀ ਲੱਗਦਾ ਤੁਹਾਨੂੰ? ਕਾਲਜ ਦੇ ਵਿੱਚ ਓਰੀਐਂਟੇਸ਼ਨ ਹੁੰਦੀ ਆ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉੱਥੇ ਵੀ ਹੈਗਾ ਵੀ ਜੇ ਇਹਨਾਂ ਨੂੰ ਓਰੀਐਂਟੇਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਦੱਸ ਦਿੱਤੀਆਂ ਜਾਣ ਅਤੇ ਉਹ ਜ਼ਿਆਦਾ ਬੈਟਰ। ਹਾਂ, ਕਿਤੇ ਨਾ ਕਿਤੇ ਸਾਰੇ ਰਿਸਪੋਂਸੀਬਲ ਨੇ। ਸੋ ਸਾਨੂੰ ਕੁਛ ਨਾ ਕੁਛ ਇਹਦੇ ਬਾਰੇ ਸੋਚਣਾ ਚਾਹੀਦਾ। ਅੱਜ ਵੀ ਅਸੀਂ ਜਿਵੇਂ ਇਕੱਠੇ ਹੋਏ ਹਾਂ, ਸਾਨੂੰ ਬੈਠ ਕੇ ਮੰਥਨ ਕਰਨਾ ਚਾਹੀਦਾ। ਹੁਣ ਤੁਸੀਂ ਪਿਛਲੇ ਟਾਈਮ ਦੇਖੋ ਕਿੰਨੇ ਐਕਸੀਡੈਂਟ, ਕਿੰਨੇ ਸਪੈਸ਼ਲੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ। ਸੋ ਸਾਨੂੰ ਸੋਚਣਾ ਚਾਹੀਦਾ ਵੀ ਕਿਵੇਂ ਹੈ ਨਾ ਫਿਊਚਰ ਦੇ ਵਿੱਚ ਆਪਾਂ ਇਹਨਾਂ ਤੋਂ ਬਚ ਸਕੀਏ। ਸੋ ਸਾਡੇ ਨਾਲ MPP ਦੀਪਕ ਆਨੰਦ ਨੇ, ਅਸੀਂ ਉਹਨਾਂ ਤੋਂ ਪੁੱਛਦੇ ਹਾਂ ਬਈ ਤੁਸੀਂ ਕੀ ਸੋਚਦੇ ਹੋ। ਸੋ ਦੀਪਕ ਸਾਹਿਬ, ਬੜਾ ਹੀ ਭਾਵੁਕ ਸਮਾਂ ਤੁਸੀਂ ਇੱਥੇ ਆਏ ਹੋ, ਕੀ ਲੱਗਦਾ ਜੀ ਕਿੱਥੇ ਕਮੀਆਂ ਰਹਿ ਜਾਂਦੀਆਂ ਜਿਹੜੀਆਂ ਐਡੀਆਂ ਵੱਡੀਆਂ ਟ੍ਰੈਚਿਸ ਹੋ ਜਾਂਦੀਆਂ, ਐਡੇ ਵੱਡੇ ਇਹ ਅਣਸਖਾਵੀਆਂ ਘਟਨਾ ਹੋ ਜਾਂਦੀਆਂ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਜੀ? ਦੇਖੋ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਇਹੋ ਜਿਹੀ ਕੋਈ ਵੀ ਜਿਹੜੀ ਇੰਸੀਡੈਂਟ ਹੁੰਦਾ ਹੈ, ਐਕਸੀਡੈਂਟ ਹੁੰਦਾ ਹੈ, ਸਾਡੇ ਤੇ ਕਲਚਰ ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਆਪਾਂ ਸਾਰਿਆਂ ਨੇ ਇੱਕ ਦਿਨ ਦੁਨੀਆ ਨੂੰ ਛੱਡ ਕੇ ਜਾਣਾ ਹੈਗਾ। ਇੱਕ ਰਿਸਪੋਂਸੀਬਿਲਿਟੀ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਉਹ ਪੂਰੀ ਕਰੀਏ, ਉਹਨੂੰ ਛੱਡ ਕੇ ਜਾਈਏ ਅਤੇ ਇੱਕ ਟਾਈਮ ਆਵੇ ਸਾਡੇ ਬੱਚੇ ਸਾਡੀ ਜਿਹੜੀ ਹੈਗੀ ਹੈ ਪਾਰਥਿਵ ਸਰੀਰ ਨੂੰ ਚਿਤਾ ਦੇਣ। ਸੋ ਇਹ ਇੱਕ ਪ੍ਰੋਸੈਸ ਪਰਮਾਤਮਾ ਨੇ ਸਾਨੂੰ ਦਿੱਤਾ ਹੋਇਆ ਹੈਗਾ, ਪਰ ਇਸ ਪ੍ਰੋਸੈਸ ਨੂੰ ਅਗਰ ਅਸੀਂ ਰਿਵਰਸ ਕਰਨਾ ਪੈ ਜੇ ਅਤੇ ਉਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਹੈਗਾ। ਸੋ ਮੈਂ ਇਹੀ ਪਰਮਾਤਮਾ ਨੂੰ ਅਰਦਾਸ ਕਰਾਂਗਾ, ਇਹੋ ਜਿਹੇ ਭਾਵੇਂ ਕੋਈ ਵੀ ਬੱਚਾ ਹੋਵੇ, ਕਿਸੇ ਵੀ ਤਰੀਕੇ ਦਾ, ਭਾਵੇਂ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਇੱਥੋਂ ਦਾ ਬੌਰਨ ਹੈ ਜਾਂ ਕੋਈ ਵੀ ਹੋਵੇ, ਇਹੋ ਜਿਹੀ ਸਿਚੁਏਸ਼ਨ ਕਦੀ ਨਾ ਆਵੇ। ਪਰ ਅੱਜ ਅਸੀਂ ਇਸ ਕਰਕੇ ਨਹੀਂ ਖਾਲੀ ਗੱਲ ਕਰ ਰਹੇ, ਪਰ ਅਸੀਂ ਇਹ ਵੀ ਇੱਕ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਇਹ ਬੱਚੇ, ਆਪਾਂ ਹਮੇਸ਼ਾ ਕਹਿੰਦੇ ਕਿ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਨੇ। ਸਾਡੇ ਬੱਚੇ ਜਦ ਇੱਥੇ ਹੁੰਦੇ ਅਤੇ ਉਹਨਾਂ ਦੇ ਨਾਲ ਅਸੀਂ ਹੁੰਦੇ ਹੈਗੇ ਹਾਂ ਪੇਰੈਂਟਸ, ਪਰ ਜਿਹੜੇ ਇਹ ਬੱਚੇ ਆਪਣਾ ਮੁਲਕ ਛੱਡ ਕੇ ਇੱਥੇ ਵਧੀਆ ਜ਼ਿੰਦਗੀ ਜੀਣ ਵਾਸਤੇ ਆਉਂਦੇ ਨੇ, ਆਪਣੇ ਮਾਪੇ ਪਿੱਛੇ ਛੱਡ ਕੇ ਆਉਂਦੇ ਨੇ, ਉਹ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਦੀ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਬੱਚਿਆਂ ਵਾਸਤੇ ਮਾਪਿਆਂ ਦਾ ਵੀ ਫਰਜ਼ ਅਦਾ ਕਰੀਏ। ਅਤੇ ਮੈਂ ਇਹ ਕਮੈਂਡ ਕਰਾਂਗਾ ਕਿ ਇੰਦਰਜੀਤ ਬਾਲ ਜੀ ਨੂੰ, ਜਿਹੜੇ ਕਿ ਕਮਿਊਨਿਟੀ ਦੇ ਇੱਕ ਬਹੁਤ ਉੱਚੇ ਅਤੇ ਵਧੀਆ ਲੀਡਰ ਨੇ,
ਮੈਂ ਇਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਲੈਟਸ ਬ੍ਰਿੰਗ ਦ ਕਮਿਊਨਿਟੀ ਟੁਗੈਦਰ, ਪੁੱਟ ਟੁਗੈਦਰ ਸਮ ਹੈਲਪਲਾਈਨ, ਸਮ ਹੈਲਪ ਡੈਸਕ, ਜਿਹਦੇ ਵਿੱਚ ਇਹ ਬੱਚਿਆਂ ਨੂੰ ਇੱਕ ਕੋਈ 50 100 5000 ਲਾਈਨਾਂ ਨਾ ਹੋਣ, ਇੱਕ ਟੈਲੀਫੋਨ ਨੰਬਰ ਹੋਵੇ, ਕਿਸੇ ਨੂੰ ਵੀ ਕੋਈ ਵੀ ਜ਼ਰੂਰਤ ਪਏ ਤਾਂ ਬੇਝਿਜਕ ਉਸ ਨੰਬਰ ਦੇ ਉੱਤੇ ਕਾਲ ਕਰ ਸਕੇ। ਸੋ ਇਹੀ ਉਮੀਦ ਕਰਦਾ ਇਹੋ ਜਿਹੀ ਸਿਚੁਏਸ਼ਨ ਦੁਬਾਰਾ ਨਾ ਹੋਵੇ। ਅਤੇ ਦੂਸਰੀ ਇੰਦਰਜੀਤ ਜੀ ਨੇ ਇੱਕ ਰਿਸਪੋਂਸੀਬਿਲਿਟੀ ਮੇਰੇ ਲਈ ਲਾਈ ਹੈਗੀ ਹੈ ਕਿ ਇਹ ਜਦ ਵੀ ਕੋਈ ਡੈਥ ਹੁੰਦੀ ਹੈ, ਉਸ ਡੈਥ ਨੂੰ 4 5 6 ਦਿਨ ਲੱਗ ਜਾਂਦੇ ਨੇ ਸਿਰਫ ਇੱਕ ਸਰਟੀਫਿਕੇਟ ਲੈਣ ਵਾਸਤੇ। ਉਹ ਬੜਾ ਔਖੀ ਘੜੀ ਹੁੰਦੀ ਹੈ ਉਹ ਮਾਪਿਆਂ ਵਾਸਤੇ, ਸਿਰਫ ਕਿ ਉਹਨਾਂ ਨੇ ਉਹਦੇ ਪਾਰਥਿਵ ਸਰੀਰ ਨੂੰ ਮਿਲਣ 'ਚ ਇੰਨਾ ਟਾਈਮ ਲੱਗ ਜੇ। ਸੋ ਵੀ ਨੀਡ ਟੂ ਫਿਕਸ ਦੋਜ਼ ਇਸ਼ੂਜ਼। ਅਤੇ ਉਮੀਦ ਕਰਦਾ ਅਗੇਨ ਮੈਂ ਇੰਦਰਜੀਤ ਜੀ ਨੂੰ ਰਿਕੁਐਸਟ ਕਰਾਂਗਾ, ਹੀ ਹੈਜ਼ ਬੀਨ ਅ ਲੀਡਰ, ਹੀ ਹੈਜ਼ ਬੀਨ ਅ ਕੰਟਰੀਬਿਊਟਰ ਟੂ ਦ ਕਮਿਊਨਿਟੀ। ਇਹਨਾਂ ਦਾ ਜਿਹੜਾ ਕਮਿਊਨਿਟੀ ਸਰਵਿਸ ਬਹੁਤ ਉੱਚਾ ਜਿਹੜਾ ਹੈਗਾ ਕੱਦ, ਉਸੀ ਦੇ ਉੱਤੇ ਅਸੀਂ ਲੀਨ ਕਰਨਾ ਚਾਹੁੰਦੇ ਹੈਗੇ ਆ। ਐਂਡ ਵੀ ਵਾਂਟ ਟੂ ਵਰਕ ਟੁਗੈਦਰ ਕਿ ਇਹੋ ਜਿਹੀ ਸਿਚੁਏਸ਼ਨ 'ਚ ਨਾ ਆਈਏ। ਦੀਪਕ ਸਾਹਿਬ, ਜੇ ਦੇਖਿਆ ਜਾਵੇ ਤੁਸੀਂ ਓਨਟਾਰੀਓ ਸੂਬੇ ਦੇ ਵਿੱਚ MPP ਹੋ, ਸਰਕਾਰ ਤੁਹਾਡੀ ਹੈ ਜੀ, ਸਾਰਾ ਕੁਛ ਹੈ, ਚਲੋ ਸਰਕਾਰਾਂ ਕਿਸੇ ਦੀਆਂ ਵੀ ਹੁਣ ਉਹਦੇ ਨਾਲ ਇਹ ਮੈਟਰ ਨਹੀਂ ਕਰਦਾ, ਪਰ ਕੀ ਲੱਗਦਾ ਜੀ ਕਿੱਥੇ ਇਸ ਸਮੇਂ ਆਪਾਂ ਚਲੋ ਇੱਦਾਂ ਦੀ ਗੱਲ ਨਹੀਂ ਕਰਦੇ ਚੰਗੇ ਲੱਗਦੇ, ਪਰ ਕਿੱਥੇ ਕਮੀ ਕਿੱਥੇ ਆ? ਵੀ ਸੇਫਟੀ ਪੱਖੋਂ ਲਾ ਲਈਏ, ਕਿਤੋਂ ਵੀ ਲਾ ਲਈਏ, ਇਸ ਤਰ੍ਹਾਂ ਦੀ ਜਿਹੜੀਆਂ ਐਕਸੀਡੈਂਟ ਵਗੈਰਾ ਰੋਡ ਤੇ ਜਦੋਂ ਹੋ ਜਾਂਦੇ ਆ, ਕੀ ਲੱਗਦਾ ਤੁਹਾਨੂੰ ਕਿੱਥੇ ਕਮੀ ਕਿੱਥੇ ਆ? ਅੰਕਲ ਯੂ ਵਾਂਟ ਟੂ ਆਨਸਰ ਦੈਟ? ਮੇਰਾ ਖਿਆਲ ਜੀ ਇਹ ਸਮਾਂ ਨਹੀਂ ਗਾ ਅੱਜ ਇਹ ਗੱਲ ਕਰਨ ਦਾ। ਹੁਣ ਤੇ ਆਪਾਂ 5 bodies are laying down there and this is a safety and security issues. We can talk lot about that later on. ਮੇਰੀ ਇਹ ਰਿਕੁਐਸਟ ਹੈ ਜੀ, ਇਹ ਸਾਡੇ ਬੱਚੇ ਨੇ, ਦੀਪ ਸਾਹਿਬ ਬੜਾ ਅੱਛਾ ਕੰਮ ਕਰਦੇ ਨੇ, ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਬਿਗੇਸਟ ਜਿਹੜੀ ਬੋਡੀਜ਼ ਉੱਥੇ ਭੇਜਣ 'ਚ ਜਿਹੜਾ ਡਿਲੇ ਹੈ ਨਾ, ਸਾਨੂੰ ਬਹੁਤ ਲੋਕ ਇੰਡੀਆ ਤੋਂ ਜੇ ਬੋਡੀ ਆਉਂਦੀ ਉਹਦੇ 5 ਦਿਨ 'ਚ ਇੱਥੇ ਆ ਜਾਂਦੀ ਹੈ ਡੈਥ ਹੋਣ ਤੋਂ ਬਾਅਦ। ਇੱਥੇ ਐਟਲੀਸਟ 15 ਤੋਂ 18 ਦਿਨ ਲੱਗਦੇ ਨੇ। ਉਹਦਾ ਕਾਰਨ ਇਹ ਆ ਕਿ ਸਭ ਤੋਂ ਪਹਿਲਾਂ ਸਾਨੂੰ ਜਦੋਂ ਬੋਡੀ ਸਾਡੇ ਕੋਲ ਆ ਜਾਂਦੀ ਆ, ਉਹ ਸਾਨੂੰ ਡੈਥ ਸਰਟੀਫਿਕੇਟ ਅਪਲਾਈ ਕਰਨਾ ਪੈਂਦਾ ਗਵਰਨਮੈਂਟ ਆਫ ontario ਤੋਂ, ਸਰਵਿਸ ontario ਤੋਂ। ਉਹ ਅਸੀਂ ਇੱਥੇ ਡਾਊਨਟਾਊਨ ਜਾ ਕੇ ਯੰਗ ਐਂਡ ਸ਼ੈਪਰਡ 'ਤੇ ਕਰਦੇ ਹਾਂ, ਅਤੇ ਉਹ ਪੇਪਰ ਵਰਕ ਥੰਡਰਵੇ ਭੇਜਦੇ ਆ। ਥੰਡਰਵੇ ਤੋਂ ਫਿਰ 72 ਆਵਰਸ ਦਾ ਟਾਈਮ ਹੈ ਜੀ, ਉਹਨਾਂ ਨੇ ਕੋਰੀਅਰ ਰਾਹੀਂ ਸਾਨੂੰ ਇੱਥੇ ਭੇਜਣਾ ਹੈਗਾ। ਸਪੋਜ਼ ਕਿ ਅਸੀਂ ਫਰਾਈਡੇ ਜਾ ਕੇ ਅਪਲਾਈ ਕਰ ਆਉਂਦੇ ਹਾਂ, ਉਹਦੇ ਵਿੱਚ ਫਿਰ 2 ਦਿਨ ਆ ਗਏ ਜੀ। ਫਿਰ ਸਾਨੂੰ ਆਹ ਡੈਥ ਸਰਟੀਫਿਕੇਟ ਮੈਂ ਫਰਾਈਡੇ ਅਪਲਾਈ ਕੀਤੇ ਸੀ, ਸਾਨੂੰ ਬੁੱਧਵਾਰ ਨੂੰ ਮਿਲੇ ਆ। 5 ਦਿਨ ਹੀ ਡਿਲੇ ਹੋ ਗਿਆ। ਮੈਂ ਦੀਪ ਸਾਹਿਬ ਬੇਨਤੀ ਕਰਾਂਗਾ ਕਿ ਮਿਨਿਸਟਰੀ ਆਫ ਕੰਜ਼ਿਊਮਰਸ ਅਫੇਅਰਸ ਨੂੰ ਤੁਸੀਂ ਇਹ 'ਤੇ ਲੀਡ ਲਓ। ਐਮਰਜੈਂਸੀ ਸਰਵਿਸਿਜ਼ ਕੈਨੇਡੀਅਨ ਗਵਰਨਮੈਂਟ ਦੀਆਂ, ਇੰਡੀਆ ਗਵਰਨਮੈਂਟ ਦੀਆਂ ਸਾਰੀਆਂ ਸਰਕਾਰਾਂ ਦੀਆਂ ਹੁੰਦੀਆਂ ਜੀ, ਵੀਕਐਂਡ 'ਤੇ ਵੀ ਹੁੰਦੀਆਂ, 24 ਆਵਰ ਹੁੰਦੀਆਂ। ਉਹ ਸਾਨੂੰ ਜੇ ਉਹ ਪੇਪਰ ਜਲਦੀ ਮਿਲ ਜਾਣ ਤੇ ਤਾਂ ਕਿ ਜਿਹੜੀ ਸਫਰਿੰਗ ਹੈ ਉੱਥੇ ਪੇਰੈਂਟਸ ਸੀ ਉਹਨਾਂ ਨੂੰ ਸਫਰ ਨਾ ਕਰਨਾ ਪਵੇ, ਇਹ ਮੇਰੀ ਬੇਨਤੀ ਹੈ ਜੀ। ਬੋਬੀ, ਤੁਸੀਂ ਕੀ ਕਹਿ ਰਹੇ ਹੋ? ਇੱਥੇ ਤੁਸੀਂ ਆਏ ਹੋ, ਦੇਖਦੇ ਹੋ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਦਿਨ ਪਰ ਦਿਨ ਹੁੰਦੀਆਂ ਰਹਿੰਦੀਆਂ, ਤੁਸੀਂ ਇੰਡੀਆ ਨੂੰ ਵੀ ਬੜੀ ਅੱਛੀ ਤਰ੍ਹਾਂ ਦੇਖਦੇ ਹੋ, ਇੱਥੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਕੀ ਕਹਿੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਇਸ ਮੌਕੇ 'ਤੇ ਆਏ ਹਾਂ ਅਤੇ ਇੱਥੇ ਇੰਡੀਆ 'ਚ ਵੀ ਸਾਡੇ ਭੈਣ ਭਰਾ ਸਾਨੂੰ ਦੇਖ ਰਹੇ ਆ। ਜਿਹੜੇ ਕੈਨੇਡਾ ਵਿੱਚ ਜਿੰਨੀ ਵੀ ਅਸੀਂ ਭਾਈਚਾਰਾ ਬੈਠਾ ਆ, ਮੈਂ ਜਿਹੜੇ ਸਾਡੇ ਉੱਥੇ ਭੈਣ ਭਰਾ ਬੈਠੇ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਆ ਕਿ ਜਿਹੜੇ ਤੁਹਾਡੇ ਬੱਚੇ ਇੱਥੇ ਆ ਕੇ ਰਹਿ ਰਹੇ ਆ, ਜਿੰਨੀ ਵੀ ਸਾਡੀ ਸੰਭਵ ਕੋਸ਼ਿਸ਼ ਹੋਏਗੀ ਉਹਨਾਂ ਨੂੰ ਅਸੀਂ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਸ਼ਾਇਦ ਇਹ ਕਮੀਆਂ ਸਾਡੇ 'ਚ ਵੀ ਰਹਿ ਗਈਆਂ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਸਿਖਾ ਸਕਦੇ ਸੀ, ਦਿਖਾ ਸਕਦੇ ਸੀ, ਉਹਨਾਂ 'ਚ ਅਸੀਂ ਕਿਤੇ ਕਾਮਯਾਬ ਨਹੀਂ ਹੋਏ। ਅਤੇ ਫਿਰ ਇੱਕ ਵਾਰੀ ਜੋ ਸਾਡੇ 5 ਬੱਚੇ ਜਿਹੜੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠੇ ਆ, ਕੰਬਣੀ ਵੀ ਛਿੜ ਜਾਂਦੀ ਆ। ਮੇਰਾ ਆਪਣਾ ਵੀ 24 ਸਾਲ ਦਾ ਬੱਚਾ ਆ ਅਤੇ ਉਹਨਾਂ ਦੇ ਮਾਂ-ਬਾਪ ਨਾਲ ਜਿਹੜੇ ਭਾਰਤ ਵਿੱਚ ਮੈਂ ਉਹਨਾਂ ਨਾਲ ਵੀ ਦੁੱਖ ਸਾਂਝਾ ਕਰਦਾ ਆ। ਅਤੇ ਇਹ ਕਦੀ ਵੀ ਕਿਸੇ ਨਾਲ ਇਹੋ ਜਿਹੀ ਸਮਾਚਾਰ ਨਾ ਮਿਲੇ, ਅਸੀਂ ਇਹੀ ਆਸ ਕਰਦੇ ਹਾਂ। ਪਰ ਫਿਰ ਵੀ ਜੋ ਸਾਡੇ ਇੱਥੇ ਭਾਈਚਾਰੇ ਦੇ ਵਿੱਚ ਹੈ, ਮੈਂ ਇੱਥੇ ਵੀ ਭੈਣਾਂ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਡਿਸਕ੍ਰਿਮੀਨੇਸ਼ਨ ਬੜਾ ਫੇਸ ਕੀਤਾ ਜ਼ਿੰਦਗੀ 'ਚ, ਪਰ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਆਪਣੇ ਵਿੱਚ ਕਲਾਸ ਸਿਸਟਮ ਬਣਾਉਣਾ ਬੰਦ ਕਰ ਦਈਏ। ਇਹ ਨਵੇਂ ਆ, ਇਹ ਪੁਰਾਣੇ ਆ, ਇਹ ਇੰਟਰਨੈਸ਼ਨਲ ਜਾਂ ਨੈਸ਼ਨਲ, ਇਹ ਖ਼ਤਮ ਕਰ ਦਈਏ। ਇਹੋ ਜਿਹੀਆਂ ਦਰਾਰਾਂ ਜਿਹੜੀਆਂ ਵੱਧ ਗਈਆਂ ਆ, ਉਹਨਾਂ ਸ਼ਾਇਦ ਸਾਡੇ ਬੱਚਿਆਂ 'ਤੇ ਹੋਰ ਪ੍ਰੈਸ਼ਰ ਪੈ ਰਿਹਾ ਵਾ, ਮਾਨਸਿਕਤਾ 'ਤੇ ਉਹਨਾਂ ਦੀ, ਅਤੇ ਹੋਰ ਉਹਨਾਂ ਦੇ ਦੇਖਿਆ ਆ ਡਿਪਰੈਸ਼ਨ ਦਾ ਕਾਰਨ, ਹੋਰ ਕਈ ਕਾਰਨ ਆ। ਪਰ ਅੱਜ ਦੇ ਮੌਕੇ ਮੈਂ ਇਹੀ ਕਹਿਣਾ ਚਾਹੁੰਦਾ, ਪਰ ਫਿਰ ਮੈਂ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਵਿਛੜੀਆਂ ਰੂਹਾਂ ਨੂੰ
ਆਪਣੇ ਚਰਨਾਂ 'ਚ ਸਥਾਨ ਦੇਵੇ ਜੀ। ਤੇ ਜੇ ਆਪਾਂ ਗੱਲ ਕੀਤੀ ਜਾਵੇ ਜੀ ਪਿਛਲੇ 1 ਮਹੀਨੇ ਨੂੰ ਜੇ ਆਪਾਂ ਦੇਖਿਆ ਜਾਵੇ, ਇਹਨਾਂ ਤੋਂ ਪਹਿਲਾਂ ਵੀ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ 5 ਬੱਚੇ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ ਜੀ। ਉਸ ਤੋਂ ਪਹਿਲਾਂ ਵੀ ਕਦੇ ਦੇਖਿਆ ਜਾਂਦਾ ਵੀ ਕੋਈ ਫਾਂਸੀ ਲਾ ਕੇ ਕੋਈ ਘਰੇ ਕੋਈ, ਇਹ ਜਿਹੜੀ ਤੁਸੀਂ ਹੁਣੇ ਗੱਲ ਕਰਕੇ ਹਟੇ ਵੀ ਡਿਪਰੈਸ਼ਨ ਹੈ, ਇਹ ਤੁਹਾਨੂੰ ਕੀ ਲੱਗਦਾ ਵੀ ਇਹ ਬੈਕ ਜਿਹੜਾ ਪਿੱਛੇ ਆਪਾਂ ਬੈਕ ਹੋਮ ਨੂੰ ਆਪਾਂ ਦੇਖੀਏ ਉਹਦੇ ਕਰਕੇ ਜ਼ਿਆਦਾ ਹੁੰਦੇ ਕਿ ਇੱਥੇ ਜਿਹੜੀਆਂ ਫੀਸਾਂ ਕੱਢਣੀਆਂ ਨੇ ਜਾਂ ਹੋਰ, ਤੇ ਜਾਂ ਜਿਹੜੀ ਕਿਤੇ ਜਿਵੇਂ ਇਦਾਂ ਦੀ ਜਿਹੜੀ ਘਟਨਾ ਹੋ ਗਈ ਰੋਡ ਦੇ ਉੱਪਰ, ਉੱਥੇ ਐਜੂਕੇਸ਼ਨ ਦੀ ਜਿਹੜੀ ਕੋਈ ਐਜੂਕੇਟ ਕਰਨਾ ਆਪਾਂ ਘੱਟ ਕਰ ਗਏ ਥੋੜ੍ਹਾ ਜਿਹਾ ਜਾਂ ਘੱਟ ਕੀਤਾ ਉਹਨਾਂ ਨੂੰ? ਦੇਖੋ ਸਰਕਾਰਾਂ ਦੀ ਘਾਟ ਰਹੀ ਆ, ਅਸੀਂ ਬੱਚਿਆਂ ਨੂੰ ਲਿਆ ਤਾਂ ਰਹੇ ਇੰਟਰਨੈਸ਼ਨਲ ਸਟੂਡੈਂਟ, ਫੀਸਾਂ ਵੀ 3 ਗੁਣਾ ਵੱਧ ਲੈ ਰਹੇ ਆ, ਉਹਨਾਂ ਨੂੰ ਐਜ਼ ਅ ਕੈਸ਼ ਕਾਊ ਵਰਤ ਰਹੇ ਆ, ਪਰ ਸਹੂਲਤ ਨਹੀਂ ਕੋਈ ਹੈਗੀ, ਨਾ ਕੋਈ ਟ੍ਰੇਨਿੰਗ ਆ। ਉਹ ਬੱਚੇ ਕਿਉਂ ਮੌਂਟਰੀਅਲ ਗਏ ਸੀਗੇ, ਇੱਥੋਂ ਕਿਉਂ ਆ ਰਹੇ ਸੀਗੇ? ਉਹ ਇੱਕ ਨਾਲ ਪੜ੍ਹਦੇ ਵੀ ਸੀ, ਨਾਲ ਆਪਣੀ ਫੀਸਾਂ ਭਰਨੀ ਉਹਦੇ ਲਈ ਕੰਮ ਕਰ ਰਹੇ ਸੀਗੇ, ਉਹ ਦੌੜ ਭੱਜ ਵੀ ਉਹਦੀ ਜ਼ਿਆਦਾ ਆ। ਇਹ ਮੈਂ ਮੰਨਦਾ ਕਿ ਸਾਡੀ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਆ, ਹੁਣ ਇੱਥੇ ਸਮਾਜ ਦੀ ਵੀ ਸਰਕਾਰਾਂ ਦੀ ਵੀ ਆ ਕਿ ਅਗਰ ਅਸੀਂ ਕੋਈ ਇੱਥੇ ਬੱਚਾ ਪੜ੍ਹਨ ਆਉਂਦਾ 3 ਗੁਣਾ ਅਸੀਂ ਫੀਸ ਲੈਂਦੇ ਆ, ਤਾਂ ਘੱਟੋ ਘੱਟ ਉਹਨਾਂ ਬੱਚਿਆਂ ਨੂੰ, ਉਹਦੇ ਪਰਿਵਾਰਾਂ ਨੂੰ ਪ੍ਰਿਪੇਅਰ ਕਰੀਏ। ਅਤੇ ਡਿਪਰੈਸ਼ਨ ਬਿਲਕੁਲ ਹੋ ਜਾਂਦਾ ਆ ਜਦੋਂ ਬੱਚੇ ਇੱਥੇ ਇਕੱਲੇ ਆਉਂਦੇ ਆ, ਫਾਈਨੈਂਸ਼ੀਅਲ ਸਟਰੈਸ ਆ, ਪਿਛਲੇ ਘਰ ਵਾਲਿਆਂ ਦੀ ਸਟਰੈਸ ਹੈਗੀ ਆ, ਨਾਲ ਜਿਹੜਾ ਸਮਾਜ ਵਿੱਚ ਉਹ ਪਿਆਰ ਨਹੀਂ ਮਿਲਦਾ ਜਿਹੜਾ ਉਹ ਭਾਲਦੇ ਆ, ਇਹ ਸਾਰੀਆਂ ਚੀਜ਼ਾਂ ਕੰਟਰੀਬਿਊਟ ਕਰਦੀਆਂ ਆ। ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਹੋਣ, ਚਾਹੇ ਲੋਕਲ ਕਮਿਊਨਿਟੀ ਹੋਵੇ, ਜਿਨ੍ਹਾਂ ਨੇ ਆਪਣਾ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਔਰ ਕਿਤੇ ਨਾ ਕਿਤੇ ਉਹਨਾਂ ਨੇ ਦੱਸਿਆ ਵੀ ਜਿਹੜੀ ਸੇਫਟੀ ਹੈ, ਚਾਹੇ ਉਹਦੇ ਲਈ ਸਾਨੂੰ ਐਜੂਕੇਸ਼ਨ ਦੀ ਲੋੜ ਹੈ, ਸਾਨੂੰ ਐਜੂਕੇਟ ਹੋਣਾ ਪਵੇਗਾ, ਚਾਹੇ ਅਸੀਂ ਬੈਕ ਹੋਮ ਤੋਂ ਇੱਥੇ ਆਉਂਦੇ ਹਾਂ ਤੇ ਚਾਹੇ ਇੱਥੇ ਲੋਕਲ ਰਹਿ ਕੇ ਅਸੀਂ ਲਾਇਸੈਂਸ ਲੈਣ ਵੇਲੇ ਸਾਨੂੰ ਇੰਸਟਰਕਸ਼ਨਾਂ ਦਿੱਤੀਆਂ ਜਾਂਦੀਆਂ, ਸਾਨੂੰ ਅਸੀਂ ਉਹਨੂੰ ਪੜ੍ਹਦੇ ਹਾਂ, ਅਸੀਂ ਲਾਇਸੈਂਸ ਪੜ੍ਹਨ ਤੋਂ ਬਗੈਰ ਨਹੀਂ ਲੈ ਸਕਦੇ, ਪਰ ਫਿਰ ਵੀ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ, ਕਿਉਂਕਿ ਥਿਊਰੀ ਦੇ ਨਾਲ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਹੈ। ਸੋ ਲੋੜ ਹੈ ਸਾਨੂੰ ਧਿਆਨ ਨਾਲ ਚੱਲਣ ਦੀ, ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਅਣਸੁਖਾਵੀਆਂ ਘਟਨਾ ਮੁੜ ਕੇ ਨਾ ਹੋ ਸਕਣ, ਮਾਪਿਆਂ ਨੂੰ ਪਿੱਛੇ ਬੈਠਿਆਂ ਨੂੰ ਰੋਣਾ ਨਾ ਪਵੇ, ਉਹਨਾਂ ਨੂੰ ਜਿਹੜਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਇਸ ਤਰ੍ਹਾਂ ਦਾ ਕਦੇ ਵੀ ਕਿਸੇ ਨਾਲ ਨਾ ਵਾਪਰੇ। ਸੋ ਕੈਮਰਾਮੈਨ ਆਸ਼ੂ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਬਰੈਂਪਟਨ, ਕੈਨੇਡਾ।